ਤਜਿੰਦਰ ਸਿੰਘ ਜੀ ਨੂੰ ਵੀ ਬਣਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਹੀ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਸਾਡਾ ਅੱਜ ਦਾ ਸੈਸ਼ਨ ਵੀ ਸਵਾਲ ਜਵਾਬ ਦਾ ਸੈਸ਼ਨ ਹੋਏਗਾ, ਜਿਸ ਵਿੱਚ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਵੱਖਰੇ ਵੱਖਰੇ ਮੈਂਬਰ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਲੱਗਦੀ ਹੈ, ਉਹ ਆਪ ਤਿਆਰੀ ਕਰਕੇ ਉਹਨਾਂ ਉੱਤਰਾਂ ਦੀ ਸਾਂਝ ਸ਼ਨੀਚਰਵਾਰ ਨੂੰ ਪੈਨਲ ਦੀ ਮੀਟਿੰਗ 'ਚ ਕਰਦੇ ਹਨ। ਜੋ ਨਿਰਣਾ ਹੋ ਜਾਏ ਉਹਦੇ ਮੁਤਾਬਕ ਉੱਤਰ ਦਿੱਤਾ ਜਾਂਦਾ ਹੈ। ਪਰ ਫਿਰ ਵੀ ਅਸੀਂ ਕਦੀ ਵੀ ਇਹ ਆਖਰੀ ਦਾਅਵਾ ਨਹੀਂ ਕਰਦੇ ਕਿ ਸਾਡਾ ਜਵਾਬ 100% ਠੀਕ ਹੀ ਹੋਵੇਗਾ। ਗੁਰਮਤਿ ਹੈ, ਸਮਝਦਿਆਂ ਸਮਝਦਿਆਂ ਜੀਵਨ ਨਿਕਲ ਜਾਂਦਾ ਹੈ। ਸਾਰੀ ਜ਼ਿੰਦਗੀ ਵੀ ਨਿਕਲ ਸਕਦੀ ਹੈ, ਫਿਰ ਵੀ ਕੋਈ ਚੀਜ਼ਾਂ ਸਮਝ ਨਹੀਂ ਆਉਂਦੀਆਂ। ਇਸ ਵਾਸਤੇ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਕਿ ਕੋਈ ਸਵਾਲ ਬਾਰੇ ਕੋਈ ਸ਼ੰਕਾ ਬਾਕੀ ਬਚ ਜਾਏ, ਆਪ ਜੀ ਉਹ ਦੁਬਾਰਾ ਵੀ ਸਵਾਲ ਭੇਜ ਸਕਦੇ ਹੋ ਜਾਂ ਚੈਟ ਵਿੱਚ ਮੈਸੇਜ ਕਰ ਸਕਦੇ ਹੋ, ਜਾਂ ਕੁਐਸਚਨ ਸਵਾਲਾਂ ਦੇ ਸੈਸ਼ਨ ਤੋਂ ਬਾਅਦ ਸਵਾਲ ਵਿੱਚ ਆਪ ਵੀ ਪੁੱਛ ਸਕਦੇ ਹੋ। ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਵਿੱਚ ਜੀਓ ਆਇਆਂ। ਤੋ ਸਵਾਲ ਜਵਾਬ ਦੇ ਸੈਸ਼ਨ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਜਿਹੜੇ ਪੈਨਲ ਮੈਂਬਰਸ ਨੇ ਉਹ ਕਿਰਪਾ ਕਰਕੇ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ ਜੀ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਗੀਰ ਸਿੰਘ ਜੀ। ਭੈਣ ਮਨਿੰਦਰ ਕੌਰ ਜੀ। ਭੈਣ ਜੀ ਆਏ ਸੀਗੇ, ਭੈਣ ਮਨਿੰਦਰ ਕੌਰ ਜੀ ਆਏ ਹੋਏ ਨੇ। ਚਲੋ। ਤੇ ਸਾਹਿਬ ਮਨਮੋਹਨ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਹਿਬ ਮਨਮੋਹਨ ਸਿੰਘ ਜੀ ਜਾਂ ਸਜਗੀਤ ਸਿੰਘ ਜੀ, ਤੁਸੀਂ ਕਰ ਲਓ ਫਤਿਹ ਸਾਂਝੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਿੱਕਰ ਸਿੰਘ ਜੀ। ਤੋ ਵੀਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਪਹਿਲੇ ਸਨਮੁਖ ਹੋਏ ਔਰ ਫਤਿਹ ਸਾਂਝੀ ਕਰ ਲਈ ਹੈ। ਤੋ ਸਾਧ ਸੰਗਤ ਜੀ, ਆਪ ਜੀ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਦੇ ਸਵਾਲ ਜਿਹੜੇ ਨੇ ਉਹ ਅਸੀਂ ਇੱਕ ਇੱਕ ਕਰਕੇ ਲਵਾਂਗੇ। ਤੋ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਜਿਹੜੇ ਸਵਾਲ ਆਏ ਨੇ ਉਹ ਕੁਝ ਗੁਰਬਾਣੀ ਨਾਲ ਰਿਲੇਟਡ ਨੇ ਔਰ ਕੁਝ ਸਾਡੀ ਜਿਹੜੀਆਂ ਪ੍ਰਚਲਿਤ ਮਰਿਆਦਾਵਾਂ ਨੇ ਉਹਨਾਂ ਨਾਲ ਰਿਲੇਟਡ। ਤੋ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਹੈ ਕਿ ਕਈ ਵਿਦਵਾਨਾਂ ਦੀ ਰਾਏ ਹੈ ਵੀ ਗੁਰਦੁਆਰਾ ਸਾਹਿਬਾਨ ਵਿੱਚ ਇਹ ਇੱਕ ਆਮ ਰਿਵਾਜ ਹੈ ਕਿ ਜਿਸ ਵੇਲੇ ਸਹਿਜ ਪਾਠ ਜਾਂ ਅਖੰਡ ਪਾਠ ਦੀ ਸਮਾਪਤੀ ਹੁੰਦੀ ਹੈ ਤਾਂ ਜਿਸ ਨੇ ਅਖੰਡ ਪਾਠ ਜਾਂ ਸਹਿਜ ਪਾਠ ਕਰਵਾਇਆ ਹੁੰਦਾ ਉਹ ਇੱਕ ਰਮਾਲਾ ਜਿਹੜਾ ਹੈ ਗੁਰੂ ਮਹਾਰਾਜ ਦੀ ਭੇਟਾ ਕਰਦੇ ਨੇ। ਤੇ ਬਹੁਤ ਸਾਰੇ ਐਸੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਬਹੁਤ ਸਾਰੇ ਰਮਾਲੇ ਜਿਹੜੇ ਨੇ ਤਕਰੀਬਨ ਹਰ ਰੋਜ਼ ਕਈ ਰਮਾਲੇ ਜਿਹੜੇ ਆਉਣ ਕਰਕੇ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਤਾਂ ਉਹ ਉਸ ਤਰ੍ਹਾਂ ਹੀ ਪਏ ਰਹਿੰਦੇ ਆ। ਤੋ ਕਈਆਂ ਦੀ ਇਹ ਵਿਚਾਰ ਹੈ ਕਿ ਇਹੋ ਜਿਹੇ ਗੁਰਦੁਆਰੇ ਜਿੱਥੇ ਰਮਾਲਾ ਸਾਹਿਬਾਨ ਦੀ ਤਾਦਾਦ ਜ਼ਿਆਦਾ ਆਉਂਦੀ ਹੈ ਉੱਥੇ ਇੱਕ ਰਮਾਲਾ ਫੰਡ ਸ਼ੁਰੂ ਕੀਤਾ ਜਾਏ
ਤੇ ਸੰਗਤਾਂ ਨੂੰ ਐਸੀ ਬੇਨਤੀ ਕਰਤੀ ਜਾਏ ਕਿ ਰਮਾਲਾ ਲਿਆਉਣ ਦੀ ਥਾਂ ਤੇ ਰਮਾਲੇ ਦੀ ਜਿਹੜੀ ਤੁਸੀਂ ਭੇਟਾ ਦੇਣੀ ਹੈ ਉਹ ਭੇਟਾ ਤੁਸੀਂ ਜਮ੍ਹਾਂ ਕਰਾਓ ਔਰ ਇੱਕ ਸੈਪਰੇਟ ਫੰਡ ਹੋਵੇ ਗੁਰਦੁਆਰਾ ਸਾਹਿਬ ਦੇ ਜਨਰਲ ਫੰਡ ਤੋਂ ਇਲਾਵਾ, ਉਹਦਾ ਨਾਂ ਹੀ ਰਮਾਲਾ ਫੰਡ ਹੋਵੇ ਤੇ ਜਿਹੜੇ ਉਸ ਇਲਾਕੇ ਦੇ ਲੋੜਵੰਦ ਲੋਕ ਨੇ ਉਹਨਾਂ ਨੂੰ ਬਸਤਰ ਆਦਿ ਮੁਹੱਈਆ ਜਿਹੜੇ ਕਰਾਏ ਜਾਣ। ਇਹਦੇ ਬਾਰੇ ਇਹ ਸਾਨੂੰ ਇੱਕ ਸਵਾਲ ਆਇਆ ਵੀ ਪੈਨਲ ਵਿੱਚ ਤੁਸੀਂ ਇਹ ਡਿਸਕਸ ਕਰਕੇ ਦੱਸੋ ਵੀ ਆਇਆ ਇਹ ਜਿਹੜੀ ਰਿਵਾਜ ਹੈ, ਜਿਹੜੀ ਪ੍ਰਪੋਜ਼ਲ ਹੈ, ਤਜਵੀਜ਼ ਹੈ, ਇਹ ਕਿਸ ਤਰ੍ਹਾਂ ਦੀ ਲੱਗਦੀ। ਮੈਂ ਬੇਨਤੀ ਕੀਤੀ ਵੀ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਡੇ ਨਾਲ ਸਾਂਝ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਬਾਅਦ ਰਮਾਲਾ ਸਾਹਿਬ ਅਰਪਣ ਕਰਨਾ ਕੋਈ ਜ਼ਰੂਰੀ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ ਕਿ ਗੁਰਦੁਆਰਿਆਂ ਵਿੱਚ ਬਹੁਤ ਸਾਰੇ ਰਮਾਲੇ ਜਮ੍ਹਾਂ ਹੋ ਜਾਂਦੇ ਹਨ ਅਤੇ ਗਾਹੜੀਆਂ ਬੰਨ ਕੇ ਰੱਖੇ ਹੁੰਦੇ ਹਨ। ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਅਸੀਂ ਲਗਾਤਾਰ ਰਮਾਲੇ ਚੜਾਈ ਜਾਵਾਂਗੇ ਤਾਂ ਗੁਰਦੁਆਰਿਆਂ ਵਿੱਚ ਰਮਾਲਿਆਂ ਦੇ ਢੇਰ ਲੱਗ ਜਾਂਦੇ ਹਨ ਜੀ, ਅਤੇ ਇਹਨਾਂ ਦੀ ਬੇਅਦਬੀ ਹੁੰਦੀ ਹੈ। ਕਈ ਵਾਰੀ ਤਾਂ ਪ੍ਰਬੰਧਕ ਇਹ ਰਮਾਲੇ ਦੁਕਾਨਦਾਰਾਂ ਨੂੰ ਬਹੁਤ ਸਸਤੇ ਭਾਅ ਦੇ ਉੱਤੇ ਵੇਚ ਦਿੰਦੇ ਹਨ। ਸੋ ਮੈਂ ਸਮਝਦਾ ਹਾਂ ਕਿ ਇਸ ਪਰੰਪਰਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਹਾਂ, ਜੇਕਰ ਰਮਾਲਾ ਸਾਹਿਬ ਦੀ ਲੋੜ ਹੈ ਤਾਂ ਜ਼ਰੂਰ ਭੇਟਾ ਕਰੋ, ਜੇਕਰ ਲੋੜ ਨਹੀਂ ਤਾਂ ਬਿਲਕੁਲ ਰਮਾਲਾ ਭੇਟ ਨਾ ਕਰੋ, ਕਿਉਂਕਿ ਪਹਿਲਾਂ ਹੀ ਰਮਾਲੇ ਬਹੁਤ ਪਏ ਹੁੰਦੇ ਹਨ। ਹਾਂ, ਉਸ ਚੀਜ਼ ਭੇਟਾ ਕਰੋ ਜਿਸ ਦੀ ਗੁਰਦੁਆਰਾ ਸਾਹਿਬ ਵਿੱਚ ਲੋੜ ਹੈ। ਜੇ ਗੁਰੂ ਸਾਹਿਬ ਲਈ ਚੌਰ ਦੀ ਲੋੜ ਹੈ ਤਾਂ ਚੌਰ ਭੇਟਾ ਕਰੋ, ਜੇਕਰ ਚੰਦੋਏ ਦੀ ਲੋੜ ਹੈ ਤਾਂ ਚੰਦੋਆ ਭੇਟ ਕਰੋ, ਜੇਕਰ ਦਰੀਆਂ ਚਾਦਰਾਂ ਦੀ ਲੋੜ ਹੈ ਤਾਂ ਦਰੀਆਂ ਚਾਦਰਾਂ ਭੇਟ ਕਰੋ, ਜੇਕਰ ਬਰਤਨਾਂ ਜਾਂ ਰਾਸ਼ਨ ਦੀ ਲੋੜ ਹੈ ਤਾਂ ਬਰਤਨ ਤੇ ਰਾਸ਼ਨ ਭੇਟ ਕਰੋ, ਜੇਕਰ ਮਾਇਆ ਦੀ ਲੋੜ ਹੈ ਤਾਂ ਮਾਇਆ ਭੇਟ ਕਰੋ। ਹਾਂ, ਅੱਜ ਦੇ ਸਮੇਂ ਵਿੱਚ ਗਰੀਬੀ ਬਹੁਤ ਹੈ। ਕਿਸੇ ਵੀ ਲੋੜਵੰਦ ਦੀ ਕਿਸੇ ਵੀ ਢੰਗ ਨਾਲ ਸੇਵਾ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਹੈ ਵੀ ਸਾਡੇ ਕੋਲ ਇੱਕ ਫੰਡ ਹੋਣਾ ਚਾਹੀਦਾ, ਰਮਾਲਾ ਫੰਡ। ਉਹਦੇ ਜਿੰਨੀ ਵੀ ਮਾਇਆ ਆਉਂਦੀ ਹੈਗੀ ਹੈ ਉਸ ਨੂੰ ਅਸੀਂ ਗਰੀਬਾਂ ਦੀ ਸਹਾਇਤਾ ਵਾਸਤੇ ਵਰਤ ਸਕਦੇ ਹਾਂ। ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੈ ਕਿ ਪਾਠ ਦੀ ਸਮਾਪਤੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਨਣੀ ਆਦਿ ਦਾ ਮਤਲਬ ਹੈ ਇਕੱਲੀ ਇਹ ਤਿੰਨ ਚੀਜ਼ਾਂ ਨੇ, ਹੋਰ ਚੀਜ਼ਾਂ ਵੀ ਭੇਟਾ ਕੀਤੀਆਂ ਜਾ ਸਕਦੀਆਂ ਹਨ। ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਨਣੀ ਆਦਿ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ ਸਖਤ ਅਰਦਾਸ ਕਰਾਈ ਜਾਵੇ। ਇਹ ਸਾਨੂੰ ਹੁਕਮ ਹੈ ਸਿੱਖ ਰਹਿਨੁਮਾਰਾਂ ਦੇ ਅਨੁਸਾਰ। ਸੋ ਸਾਨੂੰ ਰੁਮਾਲੇ ਕੋਈ ਜ਼ਰੂਰੀ ਨਹੀਂ ਵੀ ਜੇ ਪਹਿਲਾਂ ਹੀ ਹੈਗੇ ਨੇ ਤਾਂ ਫਿਰ ਭੇਟ ਕਰਨ ਦੀ ਕੋਈ ਲੋੜ ਨਹੀਂ ਹੈ, ਜੇਕਰ ਨਹੀਂ ਹੈ ਤਾਂ ਫਿਰ ਸਾਨੂੰ ਚੜਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਰਹਿਤ ਮਰਿਆਦਾ ਦੇ ਰੈਫਰੈਂਸ ਦੇ ਕੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਕਿ ਅਸਲ 'ਚ ਗੱਲ ਇਹ ਆ ਵੀ ਗੁਰੂ ਨਾਨਕ ਦਾ ਘਰ ਜਿਹੜਾ ਇੱਥੇ ਕਰਮਕਾਂਡ ਬਿਲਕੁਲ ਨਹੀਂ, ਨਾ ਹੀ ਵਿਖਾਵਾ ਤੇ ਨਾ ਕਰਮਕਾਂਡ। ਇਹ ਦੋ ਚੀਜ਼ਾਂ ਨੇ ਜਿਨ੍ਹਾਂ ਤੇ ਗੁਰਮਤਿ ਜਿਹੜੀ ਹੈ ਸਾਨੂੰ ਟ੍ਰੇਨਿੰਗ ਦਿੰਦੀ ਹੈ ਕਿ ਬਾਕੀ ਮਤਾਂ ਦੀ ਤਰ੍ਹਾਂ ਅਸੀਂ ਨਾ ਤੇ ਕਰਮਕਾਂਡ ਕਰਨੇ ਨੇ ਤੇ ਨਾ ਕੋਈ ਦਿਖਾਵੇ ਦਾ ਕੰਮ ਕਰਨਾ। ਤੋ ਇਸ ਕਰਕੇ ਜੇ ਕਰਮਕਾਂਡ ਨਹੀਂ ਹੈ ਤੇ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਣਜਾਣੇ ਤੌਰ ਤੇ ਕਰਮਕਾਂਡ ਬਣ ਜਾਂਦੀਆਂ। ਤੋ ਸਾਡੇ ਮਨ 'ਚ ਵਹਿਮ ਨਹੀਂ ਹੋਣਾ ਚਾਹੀਦਾ ਵੀ ਜੇਕਰ ਅਸੀਂ ਪਾਠ ਦੀ ਸਮਾਪਤੀ ਕਰਾਈ ਹੈ ਤਾਂ ਉਹਦੇ ਲਈ ਰਮਾਲਾ ਦੇਣਾ ਜ਼ਰੂਰੀ ਹੈ। ਤੇ ਜਿਵੇਂ ਵੀਰ ਜੀ ਦੱਸਿਆ ਇਹ ਜ਼ਰੂਰੀ ਨਹੀਂ ਹੈ। ਹਾਂ, ਇਹ ਠੀਕ ਹੈ ਕਿ ਅਸੀਂ ਜਿਹੜੀ ਚੀਜ਼ ਜ਼ਰੂਰਤ ਹੈ ਉਹ ਜ਼ਰੂਰ ਦੇਈਏ। ਤੋ ਜੇ ਆਪਾਂ ਇਸੇ ਤਰ੍ਹਾਂ ਰਮਾਲੇ, ਕਿਉਂਕਿ ਰਮਾਲਿਆਂ ਦੀ ਰਿਵਾਜ ਬਹੁਤ ਹੈ, ਤਕਰੀਬਨ ਹਰ ਗੁਰਦੁਆਰਾ ਸਾਹਿਬਾਨ ਵਿਖੇ ਤੁਸੀਂ ਦੇਖੋਗੇ ਕਿ ਰਮਾਲੇ ਬਹੁਤ ਸਾਰੇ ਹੁੰਦੇ। ਮੈਂ ਇੱਥੋਂ ਕੈਨੇਡਾ ਦੀ ਤੁਹਾਨੂੰ ਗੱਲ ਦੱਸ ਰਿਹਾ ਕਿ ਪਿਛਲੇ ਕੁਛ 2-4-6 ਮਹੀਨੇ ਪਹਿਲੇ ਬਕਾਇਦਾ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪੂਰਾ ਟਰੱਕ ਜਿਹੜਾ ਹੈ ਉਹ ਰਮਾਲਿਆਂ ਦਾ ਭਰਿਆ ਹੋਇਆ ਉਹ ਲਿਜਾ ਕੇ ਬਾਹਰ ਆਊਟਸਾਈਡ ਜਿੱਥੇ ਗਾਰਬੇਜ ਹੁੰਦੀ ਹੈ ਉੱਥੇ ਸੁੱਟਿਆ। ਨਵੇਂ ਰਮਾਲੇ ਬਹੁਤ ਵਧੀਆ। ਔਰ ਪਿੱਛੇ ਜੇ ਇਹ ਵੀ ਇੱਕ ਵੀਡੀਓ ਆਈ ਸੀ ਕਿ ਗੋਇੰਦਵਾਲ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਦਰਿਆ, ਹੁਣ ਭਾਵੇਂ ਥੋੜਾ ਦੂਰ ਵੀ ਚਲਾ ਗਿਆ, ਪਾਣੀ ਵੀ ਬਹੁਤਾ ਨਹੀਂ ਹੁੰਦਾ, ਉੱਥੇ ਵੀ ਬਹੁਤ ਸਾਰੇ ਰਮਾਲੇ ਜਿਹੜੇ ਨੇ ਇਸ ਤਰ੍ਹਾਂ ਕੋਈ ਛੋਟੇ ਸਨ। ਤੋ ਇਹ ਤਾਂ ਜਿੱਥੇ ਇੱਕ ਪੈਸੇ ਦੀ ਬਰਬਾਦੀ ਹੈ ਉੱਥੇ ਜਿਵੇਂ ਵੀਰ ਜੀ ਨੇ ਦੱਸਿਆ ਵੀ ਇਹ ਤਾਂ ਬੇਅਦਬੀ ਹੈ।
ਸ਼ਰਧਾ ਨਾਲ ਕੋਈ ਲੈ ਕੇ ਆਉਂਦਾ ਹੈ ਰੁਮਾਲਾ, ਅਗਰ ਉਸ ਤੋਂ ਬਾਅਦ ਉਸ ਰੁਮਾਲੇ ਨੂੰ ਇਸ ਤਰ੍ਹਾਂ ਸੁੱਟਤਾ ਜਾਏ ਜਾਂ ਕੁਝ ਇਹੋ ਜਿਹੀ ਕੀਤੀ ਜਾਏ ਤੇ ਉਹ ਗੱਲ ਜਿਹੜੀ ਹੈ ਉਹਦੇ ਮਨ ਵਿੱਚ ਠੇਸ ਲੱਗੇਗੀ। ਤੋ ਲੋੜ ਇਹ ਹੈ ਕਿ ਅਸੀਂ ਸਮਝਦਾਰੀ ਤੋਂ ਕੰਮ ਲਈਏ। ਗਰੀਬ ਕਾਮੋਂ ਗੁਰੂ ਕੀ ਗੋਲਕ, ਤੇ ਇਹਨੂੰ ਆਪਾਂ ਵਪਾਰਕ ਟ੍ਰੈਂਡ ਨਾ ਦੇਈਏ। ਜਿਵੇਂ ਵੀਰ ਜੀ ਨੇ ਦੱਸਿਆ ਵੀ ਕਈ ਗੁਰਦੁਆਰਾ ਸਾਹਿਬਾਨ ਵਾਲੇ ਜਿਹੜੇ ਨੇ ਉਹ ਰੁਮਾਲੇ ਜਿਹੜੇ ਨੇ ਮੁੜ ਕੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਦਿੰਦੇ ਨੇ, ਉਹ ਵੀ ਗੱਲ ਕੋਈ ਬਹੁਤੀ ਚੰਗੀ ਨਹੀਂ ਹੈ। ਤੋ ਲੋੜ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸਲ ਸਤਿਕਾਰ ਤੇ ਹੈ, ਅਸੀਂ ਉਹਨਾਂ ਦੀ ਸਿੱਖਿਆ ਨੂੰ ਮੰਨੀਏ। ਬਾਕੀਆਂ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਸਿਰਫ ਸ਼ਰਧਾ ਨੇ ਔਰ ਸਾਨੂੰ ਕਰਨੀਆਂ ਵੀ ਚਾਹੀਦੀਆਂ ਨੇ ਜਿੱਥੇ ਲੋੜ, ਪਰ ਬੇਲੋੜੀਆਂ ਰਸਮਾਂ ਦੇ ਤੌਰ ਤੇ ਨਾ ਕੀਤੇ ਜਾਏ। ਤੋ ਆਸ ਹੈ ਕਿ ਸੰਗਤ ਜਿਹੜੀ ਹੈ ਇਸ ਪਾਸੇ ਧਿਆਨ ਦੇਵੇ ਤੇ ਸਾਡਾ ਫਰਜ਼ ਬਣਦਾ ਹੈ ਕਿ ਜਿਸ ਇਲਾਕੇ 'ਚ ਅਸੀਂ ਰਹਿ ਰਹੇ ਹਾਂ ਉੱਥੇ ਦੇ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਹ ਤਜਵੀਜ਼ ਜਿਹੜੀ ਸਮਝਾਈ ਜਾਏ ਤਾਂ ਮੇਰੇ ਖਿਆਲ ਜ਼ਿਆਦਾ ਚੰਗੀ ਗੱਲ ਹੈ ਕਿ ਇੱਕ ਲੋੜਵੰਦ ਲਈ ਫੰਡ ਤਿਆਰ ਹੋ ਜਾਏ, ਉਹਦੇ 'ਚ ਮਾਇਆ ਆਵੇ ਤੇ ਲੋੜਵੰਦ ਦੀ ਸਹਾਇਤਾ ਕੀਤੀ ਜਾਏ। ਇਹ ਜ਼ਰੂਰੀ ਗੱਲ। ਮੈਂ ਇੱਥੇ ਨਾਲ ਲੱਗਦੇ ਗੱਲ ਕਹਿ ਦਿਆਂ ਕਿ ਅੱਜ ਤੋਂ ਕਾਫੀ ਸਮਾਂ ਪਹਿਲਾਂ, ਮੇਰੇ ਖਿਆਲ ਹੋ ਸਕਦਾ ਹੈ 2-3 ਦਹਾਕੇ ਪਹਿਲਾਂ, ਅਕਾਲ ਤਖਤ ਸਾਹਿਬ ਵੱਲੋਂ ਇੱਕ ਚਿੱਠੀ ਜਿਹੜੀ ਹੈ ਸਰਕੂਲੇਟ ਹੋਈ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਿ ਹਰੇਕ ਗੁਰਦੁਆਰਾ ਸਾਹਿਬ ਆਪਣੇ ਗੋਲਕ ਦੀ 5% ਫੰਡ ਜਿਹੜਾ ਉਹ ਐਜੂਕੇਸ਼ਨ ਫੰਡ, ਵਿਦਿਅਕ ਫੰਡ ਜਿਹੜਾ ਇਕੱਠਾ ਕਰੇ, ਜਿਹਦੇ ਨਾਲ ਇਲਾਕੇ ਦੇ ਜਿਹੜੇ ਲੋੜਵੰਦ ਨੇ ਬੱਚੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਦੀ ਮਦਦ ਕੀਤੀ ਜਾਏ। ਪਰ ਮੈਨੂੰ ਲੱਗਦਾ ਨਹੀਂ ਬਈ ਇਹ ਤਕਰੀਬਨ ਇਹ ਬਹੁਤ ਸਾਰੇ ਗੁਰਦੁਆਰੇ ਕਰਦੇ ਹੋਣਗੇ, ਸ਼ਾਇਦ ਕੋਈ ਕਰਦੇ ਹੋਣ ਤਾਂ ਚੰਗੀ ਗੱਲ ਹੈ। ਪਰ ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੀ ਕੌਮ ਦਾ ਭਵਿੱਖ ਬਣਾਈਏ, ਜਿਹੜੀ ਇਹ ਮਾਇਆ, ਨਾ ਕਿ ਮਾਇਆ ਨੂੰ ਅਸੀਂ ਕੇਵਲ ਸ਼ੋਅ ਦਿਖਾਵੇ ਲਈ ਵਰਤੀਏ। ਤੇ ਇੱਕ ਵਾਰੀ ਫੇਰ ਵੀ ਜਗੀਰ ਸਿੰਘ ਆਪ ਜੀ ਦਾ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਵੀਰ ਅਵਤਾਰ ਸਿੰਘ ਜੀ ਵੱਲੋਂ ਹੈ। ਤੇ ਗੁਰਬਾਣੀ ਦੀ ਤੁਕ ਉਹਨਾਂ ਨੇ ਕੋਟ ਕੀਤੀ ਹੈ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਲਿਖਦੇ ਨੇ ਕਿ ਕਈ ਵਾਰੀ ਇਹ ਸ਼ਬਦ ਜਿਹੜਾ ਹੈ ਕਿਸੇ ਪ੍ਰਾਣੀ ਦੇ ਅੰਤਮ ਅਰਦਾਸ ਵੇਲੇ ਪੜ੍ਹੇ ਰਹਿੰਦਾ, ਪਰ ਜੇਕਰ ਆਪਾਂ ਸਾਰਾ ਸ਼ਬਦ ਵਿਚਾਰੀਏ ਤਾਂ ਉਹਦੀ ਤਾਂ ਆਤਮਿਕ ਚੜ੍ਹਦੀ ਕਲਾ ਦੀ ਗੱਲ ਹੈ, ਆਤਮਿਕ ਉਚਾਈ ਦੀ ਗੱਲ ਹੈ, ਕੋਈ ਮੌਤ ਦੀ ਗੱਲ ਨਹੀਂ। ਤੇ ਇਹ ਰਿਵਾਜ ਕਿਉਂ ਹੈ, ਜਾਂ ਜਿਹੜੇ ਰਾਗੀ ਸਿੰਘ ਪੜ੍ਹਦੇ ਨੇ, ਕੀਰਤਨ ਸਿੰਘ ਕਿਉਂ ਪੜ੍ਹਦੇ ਨੇ, ਤੇ ਇਹਦੇ ਬਾਰੇ ਮੈਂ ਬੇਨਤੀ ਕੀਤੀ ਹੈ ਵੀਰ MP ਸਿੰਘ ਜੀ ਨੂੰ ਵੀ ਉਹ ਸਾਨੂੰ ਇਹਦੇ ਬਾਰੇ ਚਾਨਣਾ ਪਾਓ। ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦੀ ਇਹ ਪੰਕਤੀ ਹੈ ਉਹ ਸਕਰੀਨ ਤੇ ਆਪ ਜੀ ਦੇ ਸਾਹਮਣੇ ਡਿਸਪਲੇ ਕਰਾਇਆ ਗਿਆ ਹੈ। ਇਹ ਰਾਗ ਬਿਲਾਵਲ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ 4 ਪਦਿਆਂ ਦਾ ਸ਼ਬਦ ਹੈ। ਜਿਹੜੀ ਪੰਕਤੀ ਸਵਾਲ ਦੇ ਅੰਦਰ ਕੋਟ ਕੀਤੀ ਗਈ ਹੈ ਉਹ ਚੌਥੇ ਪਦੇ ਦੀ ਪਹਿਲੀ ਪੰਕਤੀ ਹੈ। ਜਿਵੇਂ ਸਵਾਲ ਕਰਤਾ ਨੇ ਆਪ ਜੀ ਇਹ ਗੱਲ ਸਵਾਲ ਦੇ ਅੰਦਰ ਹੀ ਲਿਖ ਕੇ ਸਾਨੂੰ ਦੱਸ ਦਿੱਤੀ ਹੈ ਕਿ ਸ਼ਬਦ ਤਾਂ ਆਤਮਿਕ ਚੜ੍ਹਦੀ ਕਲਾ ਦਾ ਸਬਜੈਕਟ ਹੈ। ਸ਼ਬਦ ਦੇ ਅੰਦਰ ਅੰਤਮ ਸਮੇਂ ਜਾਂ ਚਲਾਣੇ ਦੇ ਨਾਲ, ਆਦਮੀ ਪ੍ਰਾਣੀ ਦੀ ਮੌਤ ਦੇ ਨਾਲ ਇਸ ਸ਼ਬਦ ਦਾ ਕੋਈ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਸੋ ਜਿਹੜੀ ਅਸਲੀਅਤ ਹੈ, ਤੱਤ ਦੀ ਗੱਲ ਹੈ, ਉਹ ਤਾਂ ਸਵਾਲ ਦੇ ਅੰਦਰ ਪਹਿਲਾਂ ਹੀ ਉਹਨਾਂ ਨੇ ਖੁਦ ਲਿਖ ਦਿੱਤੀ ਹੈ। ਮੇਨ ਉਹਨਾਂ ਦਾ ਸਵਾਲ ਦਾ ਮੁੱਦਾ ਇਹ ਹੈ ਕਿ ਇਹ ਅੰਤਮ ਚਲਾਣੇ ਦੇ ਸਮੇਂ ਪੜ੍ਹਿਆ ਕਿਉਂ ਜਾਂਦਾ ਹੈ, ਰਾਗੀ ਸਿੰਘ ਜੀ ਦਾ ਗਾਇਨ ਕਿਉਂ ਕਰਦੇ ਹਨ। ਤੇ ਲੋਕ ਵੀ ਅੱਖਰਾਂ ਦੇ ਮਗਰ ਲੱਗ ਕੇ ਸੋਚਦੇ ਹਨ ਕਿ ਸ਼ਾਇਦ ਇਹ ਜਿਹੜੀ ਪੁਰਾਣੀ ਜਿਹਦੀ ਆਤਮਾ ਇੱਥੋਂ ਸਰੀਰ ਛੱਡ ਕੇ ਗਈ ਹੈ ਉਹਦਾ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਚੱਲ ਰਹੀ ਹੈ। ਇਹ ਇੱਕ ਭੁਲੇਖਾ ਹੈ ਜਿਹੜਾ ਅਸੀਂ ਸਿਰਫ ਅੱਖਰਾਂ ਦੇ ਮਗਰ ਜਿਹੜੇ ਆਮ ਸਾਨੂੰ ਬਿਨਾਂ ਉਹਦੀ ਭਾਵ ਅਰਥ ਦੀ ਵਿਚਾਰ ਕੀਤਿਆਂ ਓਪਰੇ ਤੌਰ ਤੇ ਲੱਗਦਾ ਹੈ। ਜਿਵੇਂ ਆਮ ਅਸੀਂ ਆਨੰਦ ਕਾਰਜ ਵੇਲੇ ਹਰ ਰਾਗੀ ਸਿੰਘ ਜਿਹੜਾ ਹੈ ਨਾ ਉਹ ਹਰ ਫੰਕਸ਼ਨ, ਹਰ ਵਿਆਹ ਦੇ ਫੰਕਸ਼ਨ ਦੇ ਉੱਤੇ ਹਾਂਜੀ ਪੱਲੇ ਦਾ ਸ਼ਬਦ ਪੜ੍ਹੋ ਜੀ, ਤੇ ਉਹ ਸ਼ਬਦ ਪੜ੍ਹ 2 ਲਾਈਨਾਂ ਵਾਲਾ ਜਿਹੜਾ ਸ਼ਲੋਕ ਹੈ ਉਹ ਪੜ੍ਹ ਦਿੰਦੇ ਹਨ। ਇਹ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਛੋੜਿਆ ਸਭ ਕੁਝ ਤਿਆਗੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਉਹ ਗੱਲ ਉੱਥੇ ਵੀ ਪ੍ਰਮਾਤਮਾ ਦੇ ਅੱਗੇ ਸਮਰਪਣ ਦੀ ਹੋ ਰਹੀ ਹੈ, ਇਹ ਮਾਇਆ ਤੋਂ ਛੁਟਕਾਰਾ ਪਾਉਣ ਦੀ ਗੱਲ ਹੋ ਰਹੀ ਹੈ। ਪਰ ਕਿਉਂਕਿ ਲਫ਼ਜ਼ ਵਿੱਚ ਪੱਲੇ ਆ ਗਿਆ ਹੈ, ਉਹਨੂੰ ਚੁੱਕ ਕੇ ਜਿਹੜਾ ਕੁੜੀ ਦਾ ਪੱਲਾ ਮੁੰਡੇ ਨੂੰ ਫੜਾਉਣ ਦੇ ਨਾਲ ਜੋੜ ਕੇ ਤੇ ਰਸਮ ਬਣਾ ਦਿੱਤੀ ਗਈ ਹੈ। ਜਦਕਿ ਇਸ ਸ਼ਲੋਕ ਦਾ, ਇਹਨਾਂ 2 ਪੰਕਤੀਆਂ ਦਾ ਕੁੜੀ ਮੁੰਡੇ ਦੇ ਵਿਆਹ ਦੇ ਨਾਲ, ਰਿਸ਼ਤੇ ਦੇ ਨਾਲ, ਪੱਲਾ ਫੜਾਉਣ ਦੇ ਨਾਲ ਕੋਈ ਸੰਬੰਧ ਹੈ ਹੀ ਨਹੀਂ ਹੈ।
तो सानू इस गल ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਸ਼ਬਦ ਦਾ ਭਾਵ ਅਰਥ ਹੋਵੇ ਅਸੀਂ ਉਹਨੂੰ ਸਮਝਣ ਦਾ ਯਤਨ ਕਰੀਏ ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਗਲਤ ਇਸਤੇਮਾਲ ਨੇ ਬਾਣੀ ਦਾ ਉਹ ਆਪਣੇ ਆਪ ਘਟ ਜਾਏਗਾ। तो ये शब्द हालांकि बहुत बड़ा शब्द है, मैं ਇਹਦਾ सिर्फ संक्षेप ਵਿੱਚ ਆਪ ਜੀ ਨੂੰ ਇਸ਼ਾਰਾ ਦੇ ਦਿਆਂਗਾ ਵੀ ਇਹਦਾ ਆਰੰਭ ਹੁੰਦਾ ਹੈ ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਜਿਤਰਾ ਤੇ ਧੁੰਦਰ ਬਾਰਾ ਰਾਮ। तो ਇਹਦੇ ਵਿੱਚ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਕੀਤੀ ਗਈ ਹੈ ਤੇ ਜਿਹੜਾ ਪ੍ਰਾਣੀ ਪ੍ਰਮਾਤਮਾ ਦੀ ਸਿਫਤ ਦੇ ਨਾਲ ਉਹਦੀ ਵਡਿਆਈਆਂ ਗਾਉਂਦਾ ਹੈ ਉਹਦੇ ਚੰਗੇ ਭਾਗਾਂ ਦੀ ਗੱਲ ਕੀਤੀ ਗਈ ਹੈ। ਇਸ ਜਿਹੜਾ ਪਹਿਲਾ ਪਦ ਹੈ ਉਹਦੀ ਆਖਰੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ कि बिनवंत नानक बलिहार वंजा पार ब्रह्म प्राण आधारा। तो उस पार ब्रह्म जो सब दे जीवन का प्राण का आधार है गुरु साहब तो सदके जान की गल कर रहे हैं। हुण परमात्मा तो सदके जाना तो कोई जीवित व्यक्ति जा सकता है ना, मरिया हुआ व्यक्ति किस तरह पार ब्रह्म तो सदके जाएगा बलिहार जाएगा। तो सोचन की गल है। इस तरह ही दूजा छंत जिहड़ा है सुन सखी से लड़ियो मिल मंगल गावे राम। ਹੁਣ ਇਹ ਤਾਂ ਬਿਲਕੁਲ ਹੀ ਸੰਬੋਧਨ ਕਰਕੇ ਸਤਸੰਗੀਆਂ ਨੂੰ ਆਖਿਆ ਗਿਆ ਹੈ ਕਿ ਆਓ ਮਿਲ ਕੇ ਪਰਮਾਤਮਾ ਦੇ ਮਿਲਾਪ ਦੇ ਖੁਸ਼ੀ ਦੇ ਗੀਤ ਗਾਈਏ। ਤੇ ਉਹ ਜਿਉਂਦੇ ਜੀ ਜਿਹੜੇ ਸਤਸੰਗੀ ਨੇ ਉਹੀ ਗਾ ਸਕਦੇ ਨੇ, ਮਰਿਆ ਪ੍ਰਾਣੀ ਤੇ ਨਹੀਂ ਨਾ ਗਾ ਸਕਦਾ। ਔਰ ਇਸ ਦੀ ਅਖੀਰਲੀ ਪੰਕਤੀ ਕਹਿੰਦੀ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਕਿ ਸਤਸੰਗਤ ਵਿੱਚ ਮਿਲ ਕੇ ਉਸ ਪਰਮਾਤਮਾ ਦਾ ਨਾਲ ਜੁੜ ਕੇ ਅਮਰ ਪਦਵੀ ਨੂੰ ਪ੍ਰਾਪਤ ਹੋ ਸਕਦੇ ਹਾਂ ਅਸੀਂ, ਅਗਰ ਜੇ ਅਸੀਂ ਪਰਮਾਤਮਾ ਦੇ ਸਿਫਤ ਸਲਾਹ ਦੇ ਨਾਲ ਜੁੜੀਏ, ਆਪਣੇ ਅੰਦਰ ਉਹ ਗੁਣ ਧਾਰਨ ਕਰ ਲਈਏ ਜੋ ਪਰਮਾਤਮਾ ਦੇ ਗੁਣ ਹਨ। ਔਰ ਐਸੀ ਅਵਸਥਾ ਦੇ ਹੀ ਅੱਗੇ ਕੰਟੀਨਿਊ ਕਰਦੇ ਹਾਂ, ਤੀਜੇ ਪਦ ਵਿੱਚ ਗੱਲ ਸ਼ੁਰੂ ਕਰਦੇ ਹਨ ਬਿਸਮਨ ਬਿਸਮ ਭਈ ਪੇਖ ਗੁਣ ਅਬਿਨਾਸ਼ੀ ਰਾਮ। ਕਿ ਪਰਮਾਤਮਾ ਜੋ ਅਬਿਨਾਸ਼ੀ ਪਰਮਾਤਮਾ ਹੈ ਉਹਦੇ ਗੁਣਾਂ ਨੂੰ ਸੋਚ ਕੇ ਦੇਖ ਕੇ ਵਿਸਮਾਦ ਦੀ ਅਵਸਥਾ ਆ ਜਾਂਦੀ ਹੈ। ਉਹ ਇਤਨੇ ਉਹਦੇ ਬੇਅੰਤ ਕਮਾਲ ਦੇ ਅਚਰਜ ਕੌਤਕਾਂ ਵਾਲੇ ਗੁਣ ਹਨ। तो इस छंद के अखीर च कह देंगे हैं कि बिनवंत नानक भई निर्मल प्रभ मिले अविनाशी। वो अविनाशी निर्मल प्रभु जड़ा है ਉਹਦੇ ਨਾਲ फिर मिलाप हो जाता है। ਤੇ ਗੁਰੂ ਨਾਨਕ ਜੀ ਸਾਹਿਬ ਕਹਿੰਦੇ ਹਨ ਕਿ ਮੇਰੀ ਇਹੀ ਬੇਨਤੀ ਹੈ ਕਿ ਪਰਮਾਤਮਾ ਸਾਨੂੰ ਉਹਦੇ ਨਾਲ ਮਿਲਾਪ ਇਸ ਜੀਵਨ ਦੇ ਅੰਦਰ ਜਿਉਂਦੇ ਜੀ ਹੋ ਜਾਵੇ। ਚੌਥੇ ਚੰਦ ਦੀ ਹੁਣ ਸ਼ੁਰੂਆਤ ਜਿਹੜੀ ਹੈ ਉਹ ਹੁੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। तो इसका जो भाव अर्थ है वो है कि जिवें पानी का कठोर रूप हो जाता है जो पानी बर्फ बन जाता है, पर जदों उस बर्फ नूं सूरज की किरण के नाल मिलाप उसका हुंदा है, सूरज की किरण उहदे उत्ते पैंदी है तो सूरज की किरण के निग दे नाल सेक दे नाल वो बर्फ पिघल के मुड़ के तरल रूप अख्तियार कर लैंदी है कि निर्मल जल बन जाता है। तो ये मिसाल लैके गुरु साहब इत्थे गल समझा रहे हैं कि जिस तरीके दे नाल एक मिसाल है कि जिस तरीके दे नाल सूरज की किरण नाल मिलन करके बर्फ का पानी जो सख्त होया हुंदा है वो मुड़ के तरल हो जाता है ते उहदी कठोरता खत्म हो जाती है। तिवें ही ज्योति जोत रली संपूर्ण थी आराम। परमात्मा की सिफत सलाह की बरकत दे नाल जीव दे अंदरों रुखापन नफरत की भावना माया का जो खिच है माया के मोह के करके जो लोगों के नाल होर वितकरे की भावना है वो सब खत्म हो जांदियां हन ते ओहदी जोत परमात्मा की जोत के नाल इकमिक हो जाती है। जीव के अंदर भी परमात्मा के जिहड़े गुण हन वो ओहदी सिफत सलाह करके उन्हां गुणां दा ओहदे अंदर भी प्रकाश हो जाता है। तो अगे फिर कहते हैं कि ऐसी अवस्था फिर ओहदी गल ओहदी हालत किहो जी हो जाती है कि ब्रह्म दिसै ब्रह्म सुनिए एक एक वखाणी है। हुण उन्होंने अपने पराए का जो है जो वितकरा है वो अंदरों मुक जाता है, वो दूजिया नफरत नहीं करता, अपने परिवार नूं या सिर्फ अपने घर के जियां नूं प्यारा नहीं समझता, उन्होंने हर थाई परमात्मा वसदा होया नजर आता। ब्रह्म दिसै ब्रह्म सुनिए एक एक वखाणी है। वो फिर आप ही केवल केवल एक परमात्मा की ही गल करता है, हर एक के अंदर उसनों परमात्मा की जोत नजर आती है। आत्म पसारा करन हारा प्रभ बिना नहीं जानी है। फिर उसनों हर थां दे उत्ते सिरजनहार की आत्मा का ही पसारा नजर आता है कि वह प्रभु तो बिना होर किसी नूं नहीं जानता। तो इस तरह ही अगले सारी पंक्तियों के अंदर भी यही गल बयान हो रही है। अंतलियां पंक्तियां गुरु साहब कहते हैं कि आप करता आप भुगता आप कारण किया। उसनों ये फिर निश्चय हो जाता है
ਕਿ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਸਭ ਦਾ ਕਰਤਾ ਹੈ, ਸਭ ਦੇ ਅੰਦਰ ਉਹ ਭੁਗਤ ਵੀ ਰਿਹਾ ਹੈ, ਵਰਤ ਰਿਹਾ ਹੈ ਤੇ ਆਪ ਹੀ ਸਭ ਦੇ ਅੰਦਰ ਆਪਣੇ ਆਪ ਨੂੰ ਟਿਕਾ ਕੇ ਤੇ ਸਾਰੇ ਰੰਗ ਮਾਨ ਰਿਹਾ ਹੈ। ਸਭ ਕੁਝ ਕਰਨ ਕਰਾਉਣ ਵਾਲਾ ਉਹ ਆਪ ਹੈ। ਔਰ ਅੰਤਲੀ ਪੰਕਤੀ 'ਚ ਕਹਿੰਦੇ ਹਨ ਕਿ ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰ ਰਸ ਪੀਆ। ਪਰ ਨਾਨਕ ਸਾਹਿਬ ਬੇਨਤੀ ਕਰਦੇ ਹਨ ਕਿ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ, ਭਾਵ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜ ਕੇ ਉਸ ਦੀ ਆਤਮਕ ਅਡੋਲਤਾ ਦੀ ਅਵਸਥਾ ਦਾ ਆਨੰਦ ਮਾਣਿਆ ਹੈ। ਤੋ ਇਹ ਸਾਰੇ ਸ਼ਬਦ ਦੇ ਅੰਦਰ ਕਿਤੇ ਵੀ ਸਰੀਰਕ ਮੌਤ ਦਾ ਜ਼ਿਕਰ ਆਉਂਦਾ ਹੀ ਨਹੀਂ ਹੈ। ਇਹ ਕੇਵਲ ਆਤਮਕ ਮਿਲਾਪ ਦੀ ਉੱਚੀ ਅਵਸਥਾ ਦਾ ਵਰਣਨ ਹੈ ਔਰ ਉਸੇ ਵਾਸਤੇ ਹੀ ਪ੍ਰੇਰਨਾ ਹੈ। ਸੋ ਇਸ ਕਰਕੇ ਜੋ ਰਾਗੀ ਸਿੰਘ ਜਿਹੜਾ ਸ਼ਬਦ ਚਲਾਣੇ ਦੇ ਮੌਕੇ ਤੇ ਪੜ੍ਹਦੇ ਹਨ, ਇਹ ਸਿਰਫ ਨਾਸਮਝੀ ਦਾ ਹੀ ਸਬੂਤ ਦਿੰਦੇ ਹਨ ਕਿ ਉਹ ਖਾਲੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਤੇ ਜੋਤੀ ਜੋਤ ਰਲੀ ਵਾਲੇ ਲਫ਼ਜ਼ ਨੂੰ ਗਿਣ ਕੇ ਤੇ ਸਮਝਦੇ ਹਨ ਕਿ ਬਈ ਇਹ ਜੋਤੀ ਜੋਤ ਰਲੀ ਹੈ, ਬਈ ਇੱਥੋਂ ਇਨਸਾਨ ਜਿਹੜਾ ਹੈ ਚੜਾਈ ਕਰਕੇ ਉਹਦੀ ਜੋਤ ਨਿਕਲ ਗਈ ਹੈ ਕਿ ਉਹ ਪਰਮਾਤਮਾ ਦੇ ਨਾਲ ਰਲ ਰਹੀ ਹੈ। ਇਹ ਮਰਨ ਵੇਲੇ ਦੀ ਗੱਲ ਨਹੀਂ ਹੋ ਰਹੀ, ਜਿਉਂਦੇ ਜੀ ਪਰਮਾਤਮਾ ਦੇ ਨਾਲ ਇਕਮਿਕ ਹੋਣ ਦੀ ਅਪੇਖਤਾ ਦੀ ਗੱਲ ਹੈ। ਇਤਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਹੁਤ ਕੁਝ ਦਿੰਦੀ, ਜੀਵਨ ਦੇ ਹਰ ਪਹਿਲੂ ਤੇ ਸਾਡੀ ਅਗਵਾਈ ਕਰਦੀ ਹੈ। ਔਰ ਇੱਕ ਖਾਸ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਾਡੇ ਅੰਦਰੋਂ ਹਰ ਤਰ੍ਹਾਂ ਦਾ ਵਹਿਮ ਭਰਮ ਕੱਢਦੀ। ਪਰ ਜੇਕਰ ਅਸੀਂ ਬਾਣੀ ਨੂੰ ਲੈ ਕੇ ਆਪਣੇ ਮਨ 'ਚ ਕੋਈ ਭਰਮ ਪਾ ਲਈਏ ਬਈ ਇਹ ਸ਼ਬਦ ਇਸ ਵੇਲੇ ਪੜ੍ਹਨਾ, ਇਹ ਸ਼ਬਦ ਇਸ ਵੇਲੇ ਪੜ੍ਹਨਾ, ਤਾਂ ਮੈਨੂੰ ਲੱਗਦਾ ਵੀ ਇਹ ਵੀ ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ। ਗੁਰਬਾਣੀ ਤੇ ਜਿਹੜੀ ਹੈ ਜਿਸ ਵੇਲੇ ਮਰਜ਼ੀ ਜਿਹੜੀ ਹੈ ਪੜ੍ਹੋ, ਸਾਨੂੰ ਉਹਦੇ 'ਚ ਆਤਮਿਕ ਆਨੰਦ ਮਿਲਦਾ। ਤੋ ਮੈਨੂੰ ਯਾਦ ਹੈ ਵੀ ਇੱਕ ਵਾਰੀ ਜਲੰਧਰ ਗੁਰਦੁਆਰਾ ਸਾਹਿਬਾਨ ਸਵੇਰ ਵੇਲੇ ਕਥਾ ਵਿੱਚ ਦਾਸ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ ਕਿ ਜਿਹਦੇ 'ਚ ਆਪਾਂ ਜਿਹਦੀਆਂ ਤੁਕਾਂ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਬਾਬਾ ਬੋਲਤੇ ਥੇ ਕਹਾਂਗੇ ਦੇਈ ਕੇ ਸੰਗ੍ਰਹਿ। ਇਸ ਸ਼ਬਦ ਦੀ ਵਿਚਾਰ ਕਰ ਦਿੱਤੀ ਤੇ ਹੋਇਆ ਕਿ ਵੀ ਅਗਲੇ ਦਿਨ ਹੀ ਸਕੱਤਰ ਸਾਹਿਬ ਮੈਨੂੰ ਕਹਿੰਦੇ ਵੀ ਸਾਨੂੰ ਤਾਂ ਬਹੁਤ ਸਾਰੇ ਲਾਂਭੇ ਆਏ। ਮੈਂ ਕਿਹਾ ਜੀ ਲਾਂਭੇ ਕਿਸ ਗੱਲ ਦੇ ਨੇ? ਕਹਿੰਦੇ ਜਿਹੜਾ ਕੱਲ ਸ਼ਬਦ ਪੜ੍ਹਿਆ ਉਹ ਕਹਿੰਦੇ ਸਵੇਰੇ ਸਵੇਰੇ ਸ਼ਬਦ ਥੋੜਾ ਪੜ੍ਹ ਦੇਣਾ ਚਾਹੀਦਾ, ਇਹ ਤਾਂ ਭੋਗ ਵੇਲੇ ਮਰਨ ਦੇ ਕਿਸੇ ਦੇ ਮਰਗ ਦੇ ਭੋਗ ਤੇ ਪੜ੍ਹਿਆ ਜਾਂਦਾ। ਮੈਂ ਕਿਹਾ ਜੀ ਕੋਈ ਉਹਦੀ ਗੱਲ ਹੀ ਨਹੀਂ। ਜਿਸ ਵੇਲੇ ਕੱਲ ਸ਼ਬਦ ਦੀ ਵਿਆਖਿਆ ਕੀਤੀ ਹੈ ਉਹਦੇ ਵਿੱਚ ਬੜੀ ਚੜ੍ਹਦੀ ਕਲਾ ਮਿਲੀ, ਉਹਦੇ ਵਿੱਚ ਮੌਤ ਦੀ ਗੱਲ ਹੀ ਕੋਈ ਨਹੀਂ ਆਈ। ਔਰ ਅਸੀਂ ਸਾਧ ਸੰਗਤ ਤੁਸੀਂ ਵੀ ਬਹੁਤ ਸਾਰਿਆਂ ਨੇ ਦੇਖਿਆ ਹੋਣਾ ਕਿ ਆਮ ਵੇਲੇ ਅੰਤਮ ਅਰਦਾਸ ਸਮੇਂ ਜਿਹੜੇ ਸ਼ਬਦ ਪੜ੍ਹੇ ਜਾਂਦੇ ਨੇ ਇਹ ਸ਼ਬਦ ਵੀ ਉਹਨਾਂ 'ਚ ਸ਼ਾਮਿਲ ਕੀਤਾ ਜਾਂਦਾ ਹੈ ਕਿ ਬਾਬਾ ਬੋਲਤੇ ਥੇ ਕਹਾਂਗੇ ਦੇਈ ਕੇ ਸੰਗ੍ਰਹਿ। ਔਰ ਇੱਕ ਵਾਰੀ ਮੈਂ ਇੱਕ ਮਤਲਬ ਵੀ ਕਿਸੇ ਨੂੰ ਵਿਆਖਿਆ ਕਰਦੇ ਵੀ ਸੁਣਿਆ ਜਿਨ੍ਹਾਂ ਨੇ ਇਹੀ ਕਿਹਾ ਵੀ ਕਬੀਰ ਸਾਹਿਬ ਦਾ ਇੱਕ ਮਿੱਤਰ ਸੀਗਾ ਤੇ ਉਹ ਰੋਜ਼ ਉਹਨਾਂ ਨੂੰ ਮਿਲਦੇ ਸੀਗੇ। ਇੱਕ ਦਿਨ ਗਏ ਤੇ ਉਹ ਮਤਲਬ ਵੀ ਉਹਦੀ ਡੈਥ ਹੋ ਗਈ ਸੀਗੀ ਤੇ ਕਬੀਰ ਸਾਹਿਬ ਨੇ ਫਿਰ ਆਪਣੇ ਦੋਸਤ ਨੂੰ ਕਿਹਾ ਵੀ ਬਾਬਾ ਬੋਲਤੇ ਥੇ ਕਹਾਂਗੇ। ਤਾਂ ਕਿੰਨੀ ਹੈਰਾਨੀ ਦੀ ਗੱਲ ਹੈ ਬਈ ਗੁਰਬਾਣੀ ਤਾਂ ਸਾਨੂੰ ਆਤਮਿਕ ਚੜ੍ਹਦੀ ਕਲਾ ਦਿੰਦੀ ਹੈ ਤੇ ਅਸੀਂ ਕਿਸ ਪਾਸੇ ਗੁਰਬਾਣੀ ਦੇ ਅਰਥ ਜਿਹੜੇ ਲਈ ਜਾਂਦੇ ਹਾਂ। ਤਾਂ ਮੈਂ ਉਹਨਾਂ ਨੂੰ ਸਕੱਤਰ ਸਾਹਿਬ ਨੂੰ ਸਮਝਾਇਆ ਜੀ ਵੀ ਇਹਦੇ 'ਚ ਗਲਤੀ ਤਾਂ ਕੋਈ ਨਹੀਂ ਹੈਗੀ ਤੇ ਤੁਸੀਂ ਬੇਸ਼ੱਕ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝੋ, ਪਰ ਕਾਰਨ ਇਹ ਹੈ ਕਿ ਫਿਰ ਵੀ ਸਕੱਤਰ ਸਾਹਿਬ ਮੰਨੇ ਨਹੀਂ ਮੇਰੀ ਗੱਲ ਨੂੰ। ਕਾਰਨ ਇਹ ਹੈ ਕਿ ਸਾਡੇ ਮਨ ਵਿੱਚ ਇਹ ਇੱਕ ਭਰਮ ਪੈਦਾ ਹੋ ਗਿਆ ਬਈ ਇਹਦਾ ਅਰਥ ਹੈ, ਉਹਦਾ ਇੱਕ ਮੇਨ ਰੀਜ਼ਨ ਇਹੀ ਹੈ ਕਿ ਅਸੀਂ ਗੁਰਬਾਣੀ ਨੂੰ ਕਦੀ ਵੀ ਡੂੰਘਾਈ ਵਿੱਚ ਜਾ ਕੇ ਸਮਝਣ ਦਾ ਯਤਨ ਨਹੀਂ ਕੀਤਾ। ਤਾਂ ਗੁਰਬਾਣੀ ਕੰਨ ਰਸ ਨਹੀਂ ਹੈ ਕੇਵਲ ਸਾਧ ਸੰਗਤ ਜੀ, ਇਹ ਤਾਂ ਸਾਡੇ ਜੀਵਨ ਦੀ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਹਰ ਪਹਿਲੂ ਤੇ ਅਗਵਾਈ ਕਰਨ ਵਾਲੀ ਹੈ। ਲੋੜ ਹੈ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਦੀ, ਫਿਰ ਇਹ ਡਾਊਟ ਆਪੇ ਖਤਮ ਹੋ ਜਾਣਗੇ। ਵੀਰ MP ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਪੂਰੇ ਉਸ ਪਦੇ ਦਾ ਅਰਥ ਕਰਕੇ ਸਾਨੂੰ ਦੱਸਿਆ ਤਾਂ ਜੇ ਸਾਨੂੰ ਸਮਝ ਆ ਜਾਏ ਕਿ ਵਾਕਈ ਇੱਥੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਦਾ ਅਰਥ ਕੀ। ਇੱਕ ਵਾਰੀ ਫੇਰ ਆਪ ਜੀ ਦਾ ਧੰਨਵਾਦ। ਤਾਂ ਸਾਧ ਸੰਗਤ ਜੀ ਅਗਲਾ ਜਿਹੜਾ ਇਹ ਸਵਾਲ ਹੈ ਇਹ ਹਰਪਾਲ ਸਿੰਘ ਜੀ ਨੇ ਪੁੱਛਿਆ ਵੀ ਕੀ ਸਿੱਖਾਂ ਨੂੰ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ ਇਹਦਾ ਜਾਪ ਕਰਨਾ ਚਾਹੀਦਾ ਹੈ? ਇਹ ਸਵਾਲ ਹੈ ਹਰਪਾਲ ਸਿੰਘ ਜੀ ਦਾ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਤੇ ਕਿਰਪਾ ਕਰਕੇ ਇਹ ਤੇ ਚਾਨਣਾ ਪਾਓ। ਵੀਰ ਪ੍ਰਭ ਕੀਰਤਨ ਸਿੰਘ। ਜਪ ਸ਼ਬਦ ਬਾਣੀ ਦੇ ਸਿਰਲੇਖ ਦੇ ਰੂਪ ਦੇ ਵਿੱਚ ਬਾਣੀ ਦੇ ਆਰੰਭ ਵਿੱਚ ਦਿੱਤਾ ਗਿਆ ਹੈ ਤੇ
ਇਸ ਦੇ ਜੋ ਵਿਆਕਰਨਕ ਸਰੂਪ ਹੈ ਉਸ ਦੇ ਮੁਤਾਬਕ ਇਸ ਦੇ ਅਰਥ ਇੱਕ ਵਚਨ ਨਾਉ ਭਾਵ ਬਾਣੀ ਦੇ ਸਿਰਲੇਖ ਰੂਪ ਵਿੱਚ ਹੀ ਹਨ। ਇਸ ਸ਼ਬਦ ਦਾ ਸਰੂਪ ਹੁਕਮੀ ਭਾਵ ਜਪ ਕਰੋ ਵਾਲਾ ਨਹੀਂ ਹੈ। ਕਿਸੇ ਵੀ ਬਾਣੀ ਜਾਂ ਹੋਰ ਕਿਸੇ ਵੀ ਰਚਨਾ ਦਾ ਸਿਰਲੇਖ ਦੇਣ ਦਾ ਅਰਥ ਹੁੰਦਾ ਹੈ ਕਿ ਇਸ ਬਾਣੀ ਵਿੱਚ ਇਸ ਵਿਸ਼ੇ ਦੀ ਵਿਆਖਿਆ ਹੈ। ਇਸ ਸਿਰਲੇਖ ਦਾ ਭਾਵ ਹੈ ਕਿ ਇਸ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਜਪ ਕੀ ਹੈ, ਕਿਉਂ ਕਰਨਾ ਚਾਹੀਦਾ ਹੈ, ਕਿਵੇਂ ਕਰਨਾ ਚਾਹੀਦਾ ਹੈ, ਇਸ ਦੇ ਕੀ ਲਾਭ ਹਨ, ਇਸ ਨਾਲ ਕੀ ਅਵਸਥਾਵਾਂ ਬਣਦੀਆਂ ਹਨ, ਜੋ ਅੰਤ ਵਿੱਚ ਸਤਿਗੁਰੂ ਜੀ ਨੇ ਆਪ 5 ਖੰਡ ਦੀਆਂ ਪੌੜੀਆਂ ਦੇ ਵਿੱਚ ਦੱਸੀਆਂ ਹਨ। ਤੋ ਇਸ ਤਰ੍ਹਾਂ ਇਹ ਸਿਰਲੇਖ ਹੈ ਬਾਣੀ ਦਾ। ਤੋ ਜਪ ਬਾਣੀ ਦਾ ਉਪਦੇਸ਼ ਜੋ ਹੈ ਉਹ ਪ੍ਰਭੂ ਜੀ ਦੇ ਗੁਣਾਂ ਨਾਲ ਜੁੜਨਾ, ਉਹਨਾਂ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਹੈ, ਕੋਈ ਮੰਤਰ ਜਾਪ ਜਾਂ ਰਟਨ ਦਾ ਨਹੀਂ ਹੈ। ਯਥਾ ਗੁਰਬਾਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਉਪਦੇਸ਼ ਵਡਿਆਈਆਂ ਦੀਆਂ ਵਿਚਾਰਾਂ ਕਰਨ ਦਾ ਹੈ ਤਾਂ ਕਿ ਅਸੀਂ ਉਸ ਨੂੰ ਬਾਰ-ਬਾਰ ਯਾਦ ਕਰੀਏ। ਬਾਰ-ਬਾਰ ਯਾਦ ਕਰਨ ਨਾਲ ਉਸ ਦਾ ਸਰੂਪ, ਉਸ ਦਾ ਗੁਣ ਜੋ ਇਸ ਸ਼ਲੋਕ ਦੇ ਵਿੱਚ ਵੀ ਦੱਸੇ ਗਏ ਹਨ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਉਸ ਦਾ ਸਰੂਪ ਤੇ ਗੁਣ ਬਿਆਨ ਕਰ ਰਿਹਾ ਹੈ। ਤੋ ਇਹ ਉਸ ਨੂੰ ਯਾਦ ਕਰਨ ਦੇ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਉਹਨਾਂ ਦੀਆਂ ਵਡਿਆਈਆਂ, ਪ੍ਰਭੂ ਜੀ ਦੀਆਂ ਵਡਿਆਈਆਂ ਦਾ ਬਾਰ-ਬਾਰ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਆਪਣੀ ਵਿਦਿਆ ਦੀ ਮੁੱਢਲੀ ਅਵਸਥਾ ਵਿੱਚ ਸਾਨੂੰ ਭਾਸ਼ਾ ਦੀਆਂ, ਹਿਸਾਬ ਦੀਆਂ, ਭਾਵ ਜਿਹੜੇ ਟੇਬਲਸ, ਪਹਾੜੇ ਆਦਿਕ ਅਰਥਮੈਟਿਕ ਹੈ, ਉਸ ਨੂੰ ਰਟਨ ਕਰਕੇ ਮਨ ਦੇ ਵਿੱਚ ਵਸਾਇਆ ਜਾਂਦਾ ਹੈ। ਤੇ ਜਿਉਂ-ਜਿਉਂ ਅਸੀਂ ਵਿਦਿਆ ਦੇ ਰਸਤੇ ਵਿੱਚ ਅੱਗੇ ਤੁਰਦੇ ਹਾਂ ਤਾਂ ਰਟਨ ਪਿੱਛੇ ਰਹਿ ਜਾਂਦਾ ਹੈ ਤੇ ਅਮਲੀ ਗਿਆਨ ਤੇ ਪ੍ਰੈਕਟੀਕਲ ਨੌਲੇਜ ਹੀ ਸਾਡੇ ਧਿਆਨ ਦਾ ਕੇਂਦਰ ਬਣ ਜਾਂਦਾ ਹੈ। ਇਹ ਗੱਲ ਹਰ ਜ਼ਿੰਦਗੀ ਦੇ ਹਰ ਸਬਜੈਕਟ ਉੱਤੇ ਲਾਗੂ ਹੁੰਦੀ ਹੈ। ਸੋ ਕਿਸੇ ਚੀਜ਼ ਨੂੰ ਬਾਰ-ਬਾਰ ਯਾਦ ਕਰਨ ਦਾ ਵੀ ਤਾਂ ਹੀ ਫਾਇਦਾ ਕਿਹਾ ਜਾ ਸਕਦਾ ਹੈ ਜੇ ਇਹ ਸਾਡੇ ਅਮਲਾਂ ਰਾਹੀਂ ਪ੍ਰਗਟ ਹੋਵੇ। ਇਸੇ ਲਈ ਆਪਣੇ ਆਪ ਵਿੱਚ ਕਰਮਕਾਂਡੀ ਮੰਤਰ ਜਾਪ ਦੀ ਗੁਰਮਤਿ ਦੇ ਵਿੱਚ ਕੋਈ ਮਹਾਨਤਾ ਨਹੀਂ, ਸਗੋਂ ਭਰਪੂਰ ਨਿਖੇਧੀ ਹੈ, ਬਾਰ-ਬਾਰ ਨਿਖੇਧੀ ਹੈ। ਗੁਰਮਤਿ ਦੇ ਵਿੱਚ ਮੰਤਰ ਦਾ ਅਰਥ ਮੰਤਰਣਾ ਭਾਵ ਸਲਾਹ ਜਾਂ ਉਪਦੇਸ਼ ਹੈ। ਉਪਦੇਸ਼ ਮਨ ਹਿਰਦੇ ਵਿੱਚ ਵਸਾਉਣ ਦੀ ਵਸਤੂ ਹੈ ਤਾਂ ਕਿ ਹਿਰਦੇ ਵਿੱਚ ਵਸ ਕੇ ਇਹ ਅਮਲੀ ਜੀਵਨ ਦੇ ਵਿੱਚ ਪ੍ਰਗਟ ਹੋ ਸਕੇ, ਸਾਡੇ ਕਰਮਾਂ ਦੇ ਵਿੱਚੋਂ ਪ੍ਰਗਟ ਹੋਵੇ, ਤੇ ਤਾਂ ਹੀ ਇਹ ਕੋਈ ਗੱਲ ਜਿਹੜੀ ਹੈ ਉਹ ਸਾਡੇ ਹਿਰਦੇ ਵਿੱਚ ਵਸੀ ਹੋਈ ਕਹੀ ਜਾ ਸਕਦੀ ਹੈ। ਬਾਣੀ ਵਿੱਚ ਜਦੋਂ ਰਸਨਾ ਨਾਲ ਜਪਣ ਦਾ ਉਪਦੇਸ਼ ਹੈ ਵੀ ਤਾਂ ਨਾਲ ਹੀ ਇਸ ਦਾ ਮੰਤਵ ਹਿਰਦੇ ਵਿੱਚ ਵਸਾਉਣ ਦਾ ਸਪਸ਼ਟ ਕੀਤਾ ਗਿਆ ਹੈ। ਐਸਾ ਅਨੇਕਾਂ ਥਾਵਾਂ ਦੇ ਉੱਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਤੇ ਨਾਲ ਹੀ ਸਪਸ਼ਟ ਵੀ ਕੀਤਾ ਹੈ। ਉਦਾਹਰਨ ਦੇ ਤੌਰ ਤੇ ਅਸੀਂ ਇੱਕ ਪੰਕਤੀ ਲੈ ਲੈਂਦੇ ਹਾਂ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਐ। ਤੋ ਇਹਨਾਂ ਦੋ ਪੰਕਤੀਆਂ ਵਿੱਚੋਂ ਦੂਸਰੀ ਪੰਕਤੀ ਵਿੱਚ ਪਹਿਲੀ ਪੰਕਤੀ ਦੇ ਅਰਥ ਸਪਸ਼ਟ ਕੀਤੇ ਗਏ ਹਨ, ਕਿਉਂਕਿ ਵਿਸਾਰਨਾ, ਗੋਬਿੰਦ ਨੂੰ ਵਿਸਾਰਨ ਦੀ ਗੱਲ ਹੈ ਤਾਂ ਵਿਸਾਰਨਾ ਜਾਂ ਯਾਦ ਰੱਖਣਾ ਹਿਰਦੇ ਤੇ ਮਨ ਦਾ ਕੰਮ ਹੈ। ਰਸਨਾ ਨਾਲ ਨਾਮ ਜਪਣ ਦਾ ਅਰਥ ਵੀ ਇਹੀ ਹੈ ਕਿ ਗੁਰੂ ਉਪਦੇਸ਼, ਪ੍ਰਭੂ ਦਾ ਨਾਮ, ਉਸ ਦੀ ਯਾਦ, ਉਹਦਾ ਸਰੂਪ, ਉਸ ਦੇ ਗੁਣ ਸਾਡੇ ਹਿਰਦੇ ਦੇ ਵਿੱਚ ਵਸਣ ਤਾਂ ਕਿ ਸਾਡੇ ਅਮਲੀ ਜੀਵਨ ਵਿੱਚੋਂ ਇਸ ਦੀ ਝਲਕ ਪਵੇ। ਜਦੋਂ ਕੋਈ ਚੀਜ਼ ਹਿਰਦੇ ਵਿੱਚ ਵਸ ਜਾਂਦੀ ਹੈ ਤਾਂ ਇਹ ਸਾਡੇ ਚੇਤੇ, ਸਾਡੀ ਜ਼ੁਬਾਨ ਤੇ ਆਪਣੇ ਆਪ ਹੀ ਆਪ ਮੁਹਾਰੇ ਹੀ ਆ ਜਾਂਦੀ ਹੈ। ਇਹੀ ਅਸਲ ਜਾਪ ਹੈ। ਸੋ ਜਾਪ ਉਦੋਂ ਹੀ ਹੈ ਜਦੋਂ ਇਹਦੇ ਪਿੱਛੇ ਹਿਰਦੇ ਦੀ ਫੋਰਸ ਹੋਵੇ। ਜਦੋਂ ਕੋਈ ਚੀਜ਼ ਹਿਰਦੇ ਵਿੱਚ ਵਸ ਜਾਏ ਤੇ ਫਿਰ ਸਾਡੀ ਜ਼ੁਬਾਨ ਤੋਂ ਕੋਈ ਚੀਜ਼ ਨਿਕਲੇ ਤਾਂ ਫਿਰ ਇਹ ਅਸਲ ਜਾਪ ਕਿਹਾ ਜਾ ਸਕਦਾ ਹੈ। ਫਰਮਾਨ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਤੋ ਸਿਰਫ ਜ਼ੁਬਾਨ ਦੇ ਨਾਲ ਜਾਪ ਬਾਰ-ਬਾਰ ਕਰੀ ਜਾਣ ਦੇ ਨਾਲ, ਉਸ ਦਾ ਰਟਨ ਕਰੀ ਜਾਣ ਦੇ ਨਾਲ, ਮੰਤਰ ਕਰੀ ਜਾਣ ਦੇ ਨਾਲ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਉਹ ਗੱਲ ਸਾਡੇ ਹਿਰਦੇ ਵਿੱਚ ਵੀ ਨਾਲ ਨਾ ਵਸੇ। ਸੋ ਇਸ ਗੱਲ ਨੂੰ ਧਿਆਨ ਕਰਦਿਆਂ ਹੋਇਆਂ ਜੋ ਜਪਜੀ ਸਾਹਿਬ ਦਾ ਇਹਨਾਂ ਪੰਕਤੀਆਂ ਦਾ ਵੀਰ ਜੀ ਨੇ ਜ਼ਿਕਰ ਕੀਤਾ ਹੈ, ਜਪਜੀ ਸਾਹਿਬ ਦਾ ਮੁੱਖ ਉਪਦੇਸ਼ ਜੋ ਵਡਿਆਈਆਂ ਦੀ ਵਿਚਾਰ ਕਰਨ ਦਾ ਹੈ, ਉਸ ਨੂੰ ਹਿਰਦੇ ਵਿੱਚ ਵਸਾਉਣ ਦੀ ਗੱਲ ਹੈ। ਉਸ ਪ੍ਰਭੂ ਨੂੰ ਬਾਰ-ਬਾਰ ਯਾਦ ਕਰਨਾ ਹੈ, ਉਸ ਦੀਆਂ ਵਡਿਆਈਆਂ ਨੂੰ ਯਾਦ ਕਰਨਾ ਹੈ, ਉਸ ਦਾ ਸਰੂਪ ਜੋ ਮੂਲ ਮੰਤਰ ਦੇ ਵਿੱਚ ਦੱਸਿਆ ਗਿਆ ਹੈ ਜਾਂ ਇਸ ਰੈਫਰੈਂਸ ਵਾਲੇ ਸ਼ਲੋਕ ਦੇ ਵਿੱਚ ਦੱਸਿਆ ਗਿਆ ਹੈ,
ਉਹਦੀ ਵਿਚਾਰ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਉਣਾ ਹੈ ਤਾਂ ਕਿ ਉਹਦੀ ਯਾਦ ਸਾਡੇ ਹਿਰਦੇ ਵਿੱਚ ਵਸ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਪ੍ਰਭਕੀਰਤਨ ਸਿੰਘ ਜੀ, ਤੁਸੀਂ ਬੜੀ ਬਾਰੀਕੀ ਨਾਲ ਸਮਝਾਇਆ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਵੀ ਸਿਮਰਨ ਦਾ ਮਤਲਬ ਜਿਵੇਂ ਵੀ ਦੱਸਿਆ ਯਾਦ, ਗੱਲ ਤੇ ਐਸੀ ਯਾਦ ਜਿਹਨੂੰ ਯਾਦ ਨਾ ਕਰਨਾ, ਇਹੋ ਜਿਹੀ ਯਾਦ ਜਿਹਨੂੰ ਯਾਦ ਨਾ ਕਰਨਾ, ਭਾਵ ਕੋਈ ਉਚੇਚ ਨਾ ਕਰਨੀ ਪਵੇ। ਅਸੀਂ ਸਾਰੇ ਸਾਹ ਲੈਂਦੇ ਹਾਂ, ਸਾਨੂੰ ਉਹਦੇ ਲਈ ਕੋਈ ਉਚੇਚ ਨਹੀਂ ਕਰਨੀ ਪੈਂਦੀ ਕਿਉਂਕਿ ਸਾਡੀ ਰੂਟੀਨ ਬਣ ਗਈ। ਤੇ ਜਿਸ ਵੇਲੇ ਕਿਤੇ ਸਾਹ ਮਾੜੇ ਜਿਹਾ ਰੁਕ ਜਾਏ ਤੇ ਫਿਰ ਦੇਖੋ ਕੀ ਹਾਲਾਤ ਹੁੰਦੇ ਨੇ, ਉਹ ਆਪਾਂ ਸਭ ਨੂੰ ਪਤਾ ਹੈ। ਤੋ ਲੋੜ ਤੇ ਹੈ ਕਿ ਸਾਡੀ ਵਾਹਿਗੁਰੂ ਜੀ ਨਾਲ ਅਨੁਭਵਤਾ ਇਕਮਿਕਤਾ ਇਹੋ ਜਿਹੀ ਹੋਵੇ ਕਿ ਸਾਸ ਗ੍ਰਾਸ ਸਾਨੂੰ ਵਾਹਿਗੁਰੂ ਹਮੇਸ਼ਾ ਯਾਦ ਰਵੇ। ਪਰ ਜੇਕਰ ਸੱਚਮੁੱਚ ਐਸੀ ਅਵਸਥਾ ਆ ਜਾਏ ਤਾਂ ਫਿਰ ਤਾਂ ਬਹੁਤ ਹੀ ਸਾਡਾ ਆਦਰਸ਼ਕ ਜੀਵਨ ਹੋਵੇ, ਜਿਹੜਾ ਹੋਣਾ ਚਾਹੀਦਾ। ਤੋ ਸਤਿਗੁਰੂ ਕਿਰਪਾ ਕਰਨ, ਅਸੀਂ ਇਹ ਜੋ ਕੁਝ ਸੁਣਦੇ ਹਾਂ ਸਮਝਦੇ ਹਾਂ, ਇਹ ਕਿਤੇ ਸੁਣਨ ਤੇ ਸਮਝਣ ਦੇ ਲੈਵਲ ਤੱਕ ਨਾ ਰਹਿ ਜਾਏ। ਤੇ ਜਿਸ ਤਰ੍ਹਾਂ ਕਿ ਪਿੱਛੇ ਜੇ ਸਰਬਜੀਤ ਸਿੰਘ ਜੀ ਰੇਣੂਕਾ ਨੇ ਬਹੁਤ ਵਧੀਆ ਦੱਸਿਆ ਸੀ ਵੀ ਸਾਡੀ ਅਲਟੀਮੇਟ ਸਟੇਜ ਹੈ ਗੁਰਬਾਣੀ ਬਣੀ ਹੈ। ਅਸੀਂ ਸੱਚਮੁੱਚ ਉਹੋ ਜਿਹੇ ਬਣ ਗਏ। ਸਤਿਗੁਰੂ ਸਾਡੇ ਸਭ ਤੇ ਕਿਰਪਾ ਕਰਨ, ਇਸ ਪਾਸੇ ਸਾਡਾ ਇਹ ਟਾਰਗੇਟ ਹੋਣਾ ਚਾਹੀਦਾ। ਧੰਨਵਾਦ ਵੀਰ ਜੀ ਇੱਕ ਵਾਰ ਫਿਰ ਆਪ ਜੀ ਦਾ। ਤੋ ਸਾਧ ਸੰਗਤ ਜੀ, ਮੈਂ ਜਿਸ ਤਰ੍ਹਾਂ ਪਹਿਲੇ ਬੇਨਤੀ ਕੀਤੀ ਹੈ ਕਿ ਵੱਖ-ਵੱਖ ਵਿਸ਼ਿਆਂ ਤੇ ਸਾਡੇ ਕੋਲ ਸਵਾਲ ਆਉਂਦੇ ਨੇ। ਜਿੱਥੇ ਗੁਰਬਾਣੀ ਦੇ ਸਵਾਲ ਨੇ, ਉੱਥੇ ਨਾਲ ਹੀ ਜਿਹੜੀਆਂ ਪ੍ਰਚਲਿਤ ਕੁਝ ਰੀਤੀਆਂ ਹੁੰਦੀਆਂ ਨੇ, ਉਹਨਾਂ ਬਾਰੇ ਵੀ ਸਾਨੂੰ ਸਵਾਲ ਆਉਂਦੇ ਨੇ। ਇੱਕ ਸਵਾਲ ਐਸਾ ਆਇਆ ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਮਨ 'ਚ ਕੋਈ ਸ਼ੰਕਾ ਆ ਜਾਂਦਾ ਹੈ ਵੀ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ। ਮੈਂ ਬੇਨਤੀ ਕਰਦੇ ਹਾਂ ਵੀ ਸ਼ੰਕੇ ਨੂੰ ਪਾਲਣਾ ਨਹੀਂ ਚਾਹੀਦਾ, ਬਲਕਿ ਉਹਨੂੰ ਸਾਂਝਾ ਕਰਨਾ ਚਾਹੀਦਾ। ਤੋ ਵਾਹਿਗੁਰੂ ਜੀ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਸਾਰੀ ਸੰਗਤ ਰਲ ਮਿਲ ਕੇ ਇਹੋ ਜਿਹੇ ਸ਼ੰਕੇ ਨਿਵਰਤ ਕਰ ਸਕਦੇ। ਤੋ ਇਹ ਸਾਡੇ ਕੋਲ ਜਿਹੜਾ ਸਵਾਲ ਆਇਆ ਇਹ ਹੈ ਕਿ ਕਿਸੇ ਸਥਾਨ ਤੇ ਕਹਿੰਦੇ ਜੇ ਫਾਰ ਐਗਜ਼ਾਮਪਲ ਕਿਸੇ ਦਫ਼ਤਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਬਗੈਰ ਅਗਰ ਆਨੰਦ ਸਾਹਿਬ ਦਾ ਪਾਠ ਕਰਕੇ 6 ਪੌੜੀਆਂ ਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾ ਦਿੱਤਾ ਜਾਏ ਤਾਂ ਇਹ ਕੋਈ ਅਵੱਗਿਆ ਤਾਂ ਨਹੀਂ ਹੈ। ਮੈਂ ਬੇਨਤੀ ਕੀਤੀ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਉਹ ਸਾਨੂੰ ਦੱਸਣ ਦੀ ਖੇਚਲ ਕਰਨ ਵੀ ਜੇਕਰ ਕਿਸੇ ਸਥਾਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਿਆ, ਕੁਝ ਕਾਰਨ ਵੀ ਹੋ ਸਕਦਾ, ਪਰ ਉੱਥੇ ਸ਼ਰਧਾ ਹਿਤ ਅਸੀਂ 5 ਪੌੜੀਆਂ ਆਨੰਦ ਸਾਹਿਬ ਜੀ ਦੀਆਂ, 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਪਾਠ ਕਰਕੇ ਔਰ ਜਿਹੜੀ ਦੇਗ ਹੈ ਉਹ ਤਿਆਰ ਕਰਕੇ ਜੋ ਲਿਆਂਦੀ ਹੈ ਉਹ ਵਰਤਾਈ ਜਾ ਸਕਦੀ ਹੈ। ਵੀਰ ਮਨਮੋਹਨ ਸਿੰਘ ਸਾਨੂੰ ਦੱਸੋ। ਹਾਂਜੀ ਮਨਮੋਹਨ ਸਿੰਘ ਜੀ, ਤੇ ਨੈਟਵਰਕ ਪ੍ਰੋਬਲਮ ਤੇ ਨਹੀਂ ਆ ਗਈ? ਮਨਮੋਹਨ ਸਿੰਘ ਜੀ ਜੰਮੂ ਤੇ ਨੇ, ਉਸ ਇਲਾਕੇ 'ਚ ਇਹਨਾਂ ਨੂੰ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੈ। ਉਹਨਾਂ ਦੀ ਹਾਜ਼ਰੀ ਤਾਂ ਲੱਗੀ ਹੋਈ ਹੈ ਤੇ ਹਾਂ ਹੈ ਵੀ ਨੇ ਤੇ ਦਿਸ ਰਿਹਾ ਨਾ ਉਹਨਾਂ ਦਾ। ਹਾਂਜੀ ਹਾਂਜੀ ਵੀਰ ਜੀ, ਅਨਮਿਊਟ ਨਹੀਂ ਸੀ। ਹਾਂ ਮੈਂ ਪਹਿਲਾਂ ਵੀ ਅਨਮਿਊਟ ਨਹੀਂ ਹੋਇਆ ਤੇ ਹੁਣ ਵੀ ਅਨਮਿਊਟ ਨਹੀਂ ਸੀ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜੋ ਸਵਾਲ ਪੜ੍ਹਿਆ ਹੈ ਉਹਦੇ ਅਨੁਸਾਰ ਜੋ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਕਿਸੇ ਦਫ਼ਤਰ ਦੇ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ 6 ਪੌੜੀਆਂ ਆਨੰਦ ਸਾਹਿਬ ਪਾਠ ਕਰਕੇ ਅਰਦਾਸਾਂ ਕਰਕੇ ਵਰਤਾਇਆ ਜਾ ਸਕਦਾ ਹੈ। ਸੋ ਗੁਰਮਤਿ ਦੀ ਰਹਿਣੀ ਵਿੱਚ ਸਾਡੇ ਕੋਲ ਸਿੱਖ ਰਹਿਤ ਮਰਿਆਦਾ ਹੈ। ਗੁਰਮਤਿ ਦੀ ਰਹਿਣੀ ਦੇ ਵਿੱਚ ਕਾ ਜੋ ਉੱਥੇ ਦੀ ਧਾਰਾ ਹੈ ਉਹਦੇ ਮੁਤਾਬਕ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। ਸਿੱਖ ਦੇ ਵਾਸਤੇ ਇਹ ਹੁਕਮ ਹੈ। ਫਿਰ ਜਿੱਥੇ ਹੋਰ ਰੀਤੀਆਂ ਲਿਖਿਆ ਗਿਆ ਉੱਥੇ ਬਾਕੀ ਸੰਸਕਾਰਾਂ ਦੀ ਗੱਲ ਕਰਨ ਤੋਂ ਬਾਅਦ ਇਹ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਇਹਨਾਂ ਸੰਸਕਾਰਾਂ ਤੋਂ ਛੁੱਟ ਸਮੇਂ-ਸਮੇਂ ਜੋ ਵੀ ਖੁਸ਼ੀ ਗਮੀ ਦਾ ਮੌਕਾ ਬਣੇ, ਬ੍ਰੈਕਟ ਦੇ ਅੰਦਰ ਹੈ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲਣਾ, ਬਾਲਕ ਨੂੰ ਮਦਰਸੇ ਪਾਉਣਾ ਆਦਿ ਭਾਵ ਸਕੂਲ ਬੱਚੇ ਨੂੰ ਭੇਜਣਾ, ਇਹੋ ਜਿਹੇ ਕੰਮ ਆਦਿ ਤੋਂ ਭਾਵ ਹੋ ਗਿਆ ਹੋਰ ਵੀ ਕੰਮ। ਇਹ ਤਿੰਨਾਂ ਤੱਕ ਹੀ ਨਾ ਅਸੀਂ ਸੀਮਤ ਹੋ ਜਾਈਏ ਭਾਈ ਹੋਰ ਵੀ ਕਿਸੇ ਦਾ ਖੁਸ਼ੀ ਦਾ ਜਦੋਂ ਕੋਈ ਕਾਰਜ ਬਣਦਾ ਹੈ ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾਂ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦੀ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸਾ ਹੈ। ਸੋ ਅਰਦਾਸਾ ਜੋ ਹੈ ਉਹ ਸਿੱਖ ਦਾ ਅਸੀਂ ਕਹਿ ਸਕਦੇ ਹਾਂ ਕਿ ਮੁੱਢਲਾ ਵਿਸ਼ਵਾਸ ਹੈ ਪ੍ਰਮਾਤਮਾ ਦੇ ਉੱਤੇ ਕਿ ਕੇਵਲ ਪ੍ਰਮਾਤਮਾ ਹੀ ਕਾਰਜ ਜੋ ਹੈ ਉਹ ਸਾਰਨ ਵਾਲਾ ਹੈ। ਗੁਰਬਾਣੀ ਦੇ ਅੰਦਰ ਬੇਅੰਤ ਪ੍ਰਮਾਣ ਨੇ ਅਰਦਾਸ ਵਾਸਤੇ। ਇੱਥੇ ਤੱਕ ਸਤਿਗੁਰੂ ਕਹਿੰਦੇ ਨੇ ਆਪੇ ਜਾਣੈ ਕਰੇ ਆਪ, ਆਪੇ ਆਨੈ ਰਾਸ,
ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਕਿ ਭਾਈ ਅਰਦਾਸ ਇਤਨਾ ਜ਼ਰੂਰੀ ਅੰਗ ਹੈ ਤੇ ਕਰਨੀ ਵੀ ਕਿਹਦੇ ਅੱਗੇ ਹੈ? ਜਿਹੜਾ ਆਪ ਜਾਣਨਹਾਰ ਹੈ, ਉਹ ਆਪ ਕਰਨਹਾਰ ਹੈ, ਤੇ ਜੇ ਕਿਤੇ ਕਿਸੇ ਦਾ ਵਿਗੜਿਆ ਕੰਮ ਹੋਵੇ ਤੇ ਉਹਨੂੰ ਰਾਸ ਵੀ ਕਰਨ ਵਾਲਾ ਹੈ। ਆਮ ਕਰਕੇ ਅਸੀਂ ਕਿਸੇ ਦੇ ਕੋਲ ਕੋਈ ਸਿਫਾਰਿਸ਼ ਲੈ ਕੇ ਜਾਂਦੇ ਹਾਂ, ਉਹ ਫਿਰ ਦੂਜੇ ਕੋਲ ਜਾਂਦਾ ਹੈ, ਫਿਰ ਅਗਲਾ ਕਹਿੰਦਾ ਭਈ ਇਹ ਤਾਂ ਕੰਮ ਤੁਹਾਡਾ ਵਿਗੜਿਆ ਪਿਆ ਹੈ, ਇਹ ਤਾਂ ਹੁਣ ਠੀਕ ਨਹੀਂ ਹੋ ਸਕਦਾ। ਤੇ ਸਤਿਗੁਰੂ ਕਹਿੰਦੇ ਨੇ ਭਈ ਜਿਹਨੂੰ ਜਾ ਕੇ ਦੱਸਣਾ ਨਾ ਪਵੇ ਉਹ ਜਾਣਨਹਾਰ ਹੈ, ਉਹਦੇ ਸਾਹਮਣੇ ਅਸੀਂ ਅਰਦਾਸ ਕਰਨੀ ਹੈ। ਜਾਣਦਾ ਵੀ ਆਪੂ ਹੈ, ਕਰਦਾ ਵੀ ਆਪੂ ਹੈ, ਰਾਸ ਵੀ ਆਪ ਲਿਆਂਦਾ ਹੈ, ਉਸ ਤੇ ਅੱਗੇ ਅਰਦਾਸ ਕਰਨੀ ਹੈ। ਸੋ ਸਿੱਖ ਦਾ ਜੋ ਮੁੱਢਲਾ ਫਰਜ਼ ਹੈ ਕਿ ਉਹ ਉਸ ਪ੍ਰਮਾਤਮਾ ਅੱਗੇ, ਅਕਾਲ ਪੁਰਖ ਅੱਗੇ ਅਰਦਾਸ ਕਰੇ। ਅਗਲੀ ਜੋ ਇਸ ਸਵਾਲ ਦੇ ਅੰਦਰ ਗੱਲ ਹੈ ਕਿ ਕਿਸੇ ਦਫ਼ਤਰ ਦੇ ਅੰਦਰ ਕਿਤੇ ਕਿਸੇ ਦਾ ਖੁਸ਼ੀ ਦਾ ਕਾਰਜ ਹੈ, ਕੋਈ ਕਿਸੇ ਦੀ ਪ੍ਰਮੋਸ਼ਨ ਹੋ ਗਈ, ਕਿਸੇ ਨੇ ਕੋਈ ਦਫ਼ਤਰ ਨਵਾਂ ਖੋਲ ਰਿਹਾ, ਦੁਕਾਨ ਖੋਲ ਲਈ, ਤੇ ਉਹ ਜੇ ਕਿਤੇ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰਾਉਂਦਾ, 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰਦਾ ਹੈ, ਤਾਂ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਹਰਜ ਵੀ ਨਹੀਂ, ਕਿਉਂਕਿ ਸਾਡੀ ਇਕਸਾਰਤਾ ਦਾ ਵੀ ਇੱਕ ਬਹੁਤ ਵੱਡਾ, ਅਸੀਂ ਕਹਿ ਸਕਦੇ ਹਾਂ ਕਿ ਇੱਕ ਨਮੂਨਾ ਹੈ ਦੁਨੀਆ ਦੇ ਅੰਦਰ, ਕਿ ਸਿੱਖ ਕੇਵਲ ਤੇ ਕੇਵਲ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਤੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਸੇ ਨੂੰ ਹੀ ਸਭ ਤੋਂ ਉੱਤਮ ਮੰਨਦਾ ਹੈ। ਨਹੀਂ ਤਾਂ ਲੋਕੀ ਅਸੀਂ ਦੇਖਦੇ ਹਾਂ ਕੋਈ ਬੂੰਦੀਆਂ ਲੈ ਕੇ ਤੁਰ ਪੈਂਦਾ ਹੈ, ਕੋਈ ਚਾਕਲੇਟ ਲੈ ਕੇ ਤੁਰ ਪੈਂਦਾ ਹੈ, ਕੋਈ ਜੋ ਹੈ ਮਿਠਾਈ ਦੇ ਡੱਬੇ ਰੱਖ ਕੇ ਉਹਨੂੰ ਹੀ ਅਰਦਾਸਾਂ ਕਰੀ ਜਾ ਰਿਹਾ ਹੈ। ਸੋ ਇਹ ਸਾਡੀ ਇੱਕ ਸਾਰਤਾ ਹੈ ਕਿ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਸ ਨੂੰ ਰੱਖ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ। ਤੇ 6 ਪੌੜੀਆਂ ਆਨੰਦ ਜੋ ਪੜਨ ਦਾ ਹੈ ਕਿ ਸਿੱਖ ਹਰ ਹਾਲਾਤਾਂ ਦੇ ਅੰਦਰ ਆਨੰਦ ਜੋ ਹੈ ਉਸ ਨੂੰ ਮਾਣਦਾ ਹੈ। ਭਾਵੇਂ ਸਾਡੇ ਘਰ ਦੇ ਅੰਦਰ ਕਈ ਵਾਰ ਅਸੀਂ ਦੁਨਿਆਵੀ ਤੌਰ ਦੇ ਉੱਤੇ ਜਿਹਨੂੰ ਕਹਿੰਦੇ ਆ ਭਾਈ ਕਿਸੇ ਦੀ ਮੌਤ ਹੋ ਗਈ ਤੇ ਬੜਾ ਭਾਰਾ ਦੁੱਖ ਦਾ ਕਾਰਜ ਹੈ ਜੀ, ਇਹ ਸਾਡੀ ਦੁਨਿਆਵੀ ਸੋਚ ਹੁੰਦੀ ਹੈ, ਗਮ ਦਾ ਕਾਰਜ ਹੈ ਜੀ, ਲੇਕਿਨ ਆਨੰਦ ਉੱਥੇ ਵੀ ਪੜਿਆ ਜਾਂਦਾ ਹੈ, ਉੱਥੇ ਵੀ ਆਨੰਦ ਦੀ ਗੱਲ ਹੁੰਦੀ ਹੈ। ਸੋ ਸਿੱਖ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜੋ ਹੈ ਉਹ ਆਨੰਦ ਦੀ ਬਾਣੀ ਹੈ ਕਿ ਸਿੱਖ ਹਰ ਵੇਲੇ ਆਨੰਦ ਦੇ ਵਿੱਚ ਰਹਿੰਦਾ ਹੈ। ਸਮੇਂ ਦੇ ਹਾਲਾਤ ਕੋਈ ਵੀ ਹੋਣ ਉਹ ਇਸ ਨੂੰ ਡੇਗ ਨਹੀਂ ਸਕਦੇ, ਇਸ ਨੂੰ ਕਿਸੇ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਭਾਈ ਗਮ ਦੀ ਸਥਿਤੀ ਜੋ ਹੈ ਇਹਦੇ ਅੰਦਰ ਨਹੀਂ ਆਉਂਦੀ, ਕਿਉਂਕਿ ਇਹਨੂੰ ਬਾਣੀ ਤੋਂ ਸਿੱਧ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਾ ਵਾਲੀ ਅਵਸਥਾ ਜੋ ਹੈ ਉਹ ਗੁਰਸਿੱਖ ਦੀ ਬਣਦੀ ਹੈ। ਸੋ ਇਸ ਕਰਕੇ ਕਿਤੇ ਵੀ ਅਰਦਾਸਾ ਜੋ ਹੈ ਉਹ ਕੀਤਾ ਜਾ ਸਕਦਾ ਹੈ, ਅਤੇ ਸਾਫ਼ ਕਰਕੇ ਇਹ ਵੀ ਲਿਖਿਆ ਹੈ ਕਿ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਵੇ ਅਸੀਂ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸਾ ਕਰ ਸਕਦੇ ਹਾਂ, ਕਿਉਂਕਿ ਪ੍ਰਮਾਤਮਾ ਘਟ ਦੇ ਅੰਦਰ ਵਸਣ ਵਾਲਾ ਹੈ, ਸਾਡਾ ਸਿਧਾਂਤ ਹੈ। ਕੁਝ ਲੋਕੀ ਚੜ੍ਹਦੇ ਨੂੰ ਕਰਦੇ ਨੇ, ਕੁਝ ਲਹਿੰਦੇ ਨੂੰ ਕਰਦੇ ਨੇ, ਕੁਝ ਜੰਡਾ ਬੂਟਿਆਂ ਅੱਗੇ ਕਰਦੇ ਨੇ, ਕੋਈ ਪੱਥਰਾਂ ਅੱਗੇ ਕਰਦੇ ਨੇ, ਕੋਈ ਜੋ ਹੈ ਫੁੱਲੀਆਂ ਵਰਤਾਈ ਜਾ ਰਿਹਾ ਹੈ, ਕੋਈ ਜੋ ਹੈ ਬੂੰਦੀਆਂ ਵਰਤਾਈ ਜਾ ਰਿਹਾ ਹੈ, ਕੋਈ ਮਿਠਾਈ ਵਰਤਾਈ ਜਾ ਰਿਹਾ ਹੈ, ਪਰ ਸਿੱਖ ਜੋ ਹੈ ਗੁਰੂ ਅੱਗੇ ਹੀ ਅਰਦਾਸ ਕਰਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਹਨੂੰ ਵਰਤਾਉਂਦਾ ਹੈ ਅਤੇ ਉਹਦੇ ਵਿੱਚ 6 ਪੌੜੀਆਂ ਆਨੰਦ ਜੋ ਹੈ ਉਸ ਨੂੰ ਪੜ੍ਹਦਾ ਹੈ। ਤੇ ਕੜਾਹ ਪ੍ਰਸ਼ਾਦ ਦੀ ਦੇਗ ਤੋਂ ਪਹਿਲਾਂ ਇਹ ਪਰੰਪਰਾ ਵੀ ਹੈ ਜੋ 6 ਪੌੜੀਆਂ ਆਨੰਦ ਪੜ੍ਹਨ ਦੀ। ਤੇ ਕਈ ਵਾਰ ਇਹ ਦੇਖਣ ਵਿੱਚ ਵੀ ਆਉਂਦਾ ਕਿ ਕਈ ਲੋਕੀ ਅਰਦਾਸ ਕਰਾਉਂਦੇ ਨੇ ਤੇ ਉੱਥੇ ਨਾਲ ਮਿਠਾਈ ਜੋ ਹੈ ਉਹ ਬਰਫੀ ਦਾ ਡੱਬਾ, ਲੱਡੂ ਦਾ ਡੱਬਾ ਆਇਆ ਹੁੰਦਾ, ਉਹਨੂੰ ਕਿਰਪਾਨਾਂ ਵੀ ਭੇਟ ਕਰੀ ਜਾਂਦੇ ਨੇ। ਇਹ ਕੌਮ ਦੀ ਇਕਸਾਰਤਾ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਇੱਥੇ ਫਿਰ ਇਸੇ ਤਰੀਕੇ ਦੇ ਨਾਲ ਕੌਮਾਂ ਥੋੜਾ ਕਰਕੇ ਵੰਡ ਪੈਂਦੀ ਹੈ, ਵੰਡੀਆਂ ਜਾਂਦੀਆਂ ਨੇ, ਤੇ ਲੋਕੀ ਜੋ ਨੇ ਉਹ ਬਾਹਰੋਂ ਬਣਾਈ ਹੋਈ ਲਿਆਈ ਮਿਠਾਈ ਉਸੇ ਨੂੰ ਕਿਰਪਾਨਾਂ ਭੇਟ ਕਰੀ ਜਾਂਦੇ ਨੇ। ਸੋ ਕਿਰਪਾਨ ਜੋ ਹੈ ਉਹ ਕੇਵਲ ਤੇ ਕੇਵਲ ਕੜਾਹ ਪ੍ਰਸ਼ਾਦ ਨੂੰ ਹੀ ਭੇਟ ਹੋਣੀ ਚਾਹੀਦੀ ਹੈ, ਇਹ ਵੀ ਸਾਨੂੰ ਖਿਆਲ ਹੋਣਾ ਚਾਹੀਦਾ ਹੈ। ਤੇ ਰਹਿਤ ਮਰਿਆਦਾ ਵਿੱਚ ਕੋਈ ਇਹੋ ਜਿਹੀ ਰੁਕਾਵਟ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਹਨੂੰ ਨਹੀਂ ਵਰਤਾ ਸਕਦੇ। ਸੋ ਅਰਦਾਸ ਸਾਡਾ ਮੁੱਢਲਾ ਸਿਧਾਂਤ ਹੈ। ਕੜਾਹ ਪ੍ਰਸ਼ਾਦ ਜੋ ਸਾਨੂੰ ਹੁਕਮ ਹੈ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨ ਤੋਂ ਬਾਅਦ ਅਸੀਂ ਕੜਾਹ ਪ੍ਰਸ਼ਾਦ ਦੀਵਾਨ ਦੀ ਸਮਾਪਤੀ ਦੇ ਉੱਤੇ ਹੀ ਵਰਤਾਉਂਦੇ ਹਾਂ। ਤੇ ਫਿਰ ਨਾਲ ਸਭ ਤੋਂ ਵੱਡੀ ਗੱਲ ਹੈ ਕੌਮ ਦੀ ਇਕਸਾਰਤਾ ਵੀ ਹੈ। ਯਾਨੀ ਕੋ ਵਿਚਾਰਾਂ ਸਨ, ਬੋਲਦੇ ਜ਼ਰੂਰ ਬਾਅਦ ਘੱਟ ਲਫੀ ਨਿਕਲੇ ਹੋਣਗੇ, ਆਸ ਖਿਮਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਵੀਰ ਜੀ ਨੇ ਸਵਾਲ ਦਾ ਬਹੁਤ ਸਹੀ ਉੱਤਰ ਸਾਨੂੰ ਸਮਝਾਇਆ, ਉੱਥੇ ਦੋ ਗੱਲਾਂ ਬੜੀਆਂ ਅਵਸ਼ ਸਾਧ ਸੰਗਤ ਜੀ ਨੋਟ ਕਰਨ ਵਾਲੀਆਂ ਜਿਹੜੀਆਂ ਮਨਮੋਹਨ ਸਿੰਘ ਜੀ ਨੇ ਕਹੀਆਂ ਨੇ। ਇੱਕ ਤਾਂ ਕਿਰਪਾਨ ਭੇਟ ਕੇਵਲ ਕੜਾਹ ਪ੍ਰਸ਼ਾਦ ਨੂੰ ਕਰਨਾ। ਅਸੀਂ ਦੇਖਿਆ ਜਿਸ ਵੇਲੇ ਲੰਗਰ ਤਿਆਰ ਹੁੰਦਾ ਤਾਂ ਥਾਲ ਸੱਜ ਕੇ ਆ ਜਾਂਦਾ ਤੇ ਉਹ ਫਿਰ ਕਿਰਪਾਨ ਭੇਟ ਜਿਹੜੀ ਹੈ ਉਹ ਖੀਰ ਨੂੰ ਵੀ ਕੀਤੀ ਜਾਂਦੀ ਹੈ, ਮਿਕਸ ਵੈਜੀਟੇਬਲ ਨੂੰ ਵੀ ਕੀਤੀ ਜਾਂਦੀ ਹੈ, ਪ੍ਰਸ਼ਾਦਿਆਂ ਨੂੰ ਲਾਈ ਜਾਂਦੀ ਹੈ। ਇਹ ਕਰਮ ਕਾਂਡ ਨਾ ਬਣਾਈਏ। ਤੇ ਉਹ ਵੀਰ ਜੀ ਨੇ ਬੜਾ ਸਪਸ਼ਟ ਦੱਸਿਆ ਕਿ ਕਿਰਪਾਨ ਭੇਟ ਕੇਵਲ ਕੜਾਹ ਪ੍ਰਸ਼ਾਦ ਨੂੰ ਕਰਨੀ। ਤੋ ਇਹਦੇ ਚ ਬੜਾ ਲੰਬਾ ਹੋ ਜਾਏਗਾ ਵੀ ਇਹ ਕਈ ਵਾਰੀ ਇਹਨੂੰ ਇਸ ਗੱਲ ਨੂੰ ਵੀ ਕਿਰਪਾਨ ਭੇਟ ਕਰਨ ਨੂੰ ਕਈ ਲੋਕ ਗਲਤ ਪਾਸੇ ਵੀ ਵਰਤਦੇ ਨੇ। ਮੈਂ ਇੱਥੇ ਇਸ ਵੇਲੇ ਨਹੀਂ ਉਹਦਾ ਜ਼ਿਕਰ ਕਰ ਸਕਦਾ। ਤੋ ਖੈਰ ਜਿਹੜੀ ਗੱਲ ਵੀਰ ਜੀ ਨੇ ਕਹੀ ਹੈ ਕਿ ਇਹ ਤੇ ਦੂਸਰੀ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਤਾਂ ਅਸੀਂ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕਰ ਸਕਦੇ ਹਾਂ, ਕਿਉਂਕਿ ਵਾਹਿਗੁਰੂ ਜਿਹੜਾ ਉਹ ਘਟ ਵਿੱਚ ਵਸਦਾ। ਕੋਈ ਸਾਨੂੰ ਕਿਸੇ ਕਿਸਮ ਦਾ ਵਹਿਮ ਭਰਮ ਨਹੀਂ ਹੋਣਾ ਚਾਹੀਦਾ। ਮਨਮੋਹਨ ਸਿੰਘ ਜੀ ਧੰਨਵਾਦ ਆਪ ਜੀ ਦਾ। ਤੋ ਸਾਧ ਸੰਗਤ ਜੀ ਅਗਲਾ ਜਿਹੜਾ ਸਵਾਲ ਹੈ
ਉਹ ਗੁਰਬਾਣੀ ਦੇ ਸ਼ਬਦਾਂ ਬਾਰੇ ਹੈ। ਕਈ ਵਾਰੀ ਮਿਲਦੇ ਜੁਲਦੇ ਸ਼ਬਦ ਹੁੰਦੇ ਨੇ ਤਾਂ ਉਹਨਾਂ 'ਚ ਕੋਈ ਸਮਝਣ ਦੀ ਲੋੜ ਪੈ ਜਾਂਦੀ ਹੈ ਬਈ ਇਹਦੇ 'ਚ ਕੀ ਆਪਸ 'ਚ ਫਰਕ ਹੈ। ਇਹੋ ਜਿਹਾ ਸਵਾਲ ਸਾਡੇ ਕੋਲ ਇੱਕ ਆਇਆ ਹੈ। ਸ਼ਬਦ ਜਿਹੜੇ ਸਵਾਲ ਹੈ ਉਹਦੀਆਂ 2 ਸ਼ਬਦ ਦੀਆਂ ਉਹਨੂੰ ਤੁਕਾਂ ਦਿੱਤੀਆਂ ਨੇ ਜੀ ਸਵਾਲ ਕਰਤਾ ਨੇ। ਪਹਿਲੀ ਹੈ ਸਨਕ ਸਨਾਦ ਬਰਮਾਦਕ ਇੰਦਰਾਦਕ ਭਗਤ ਅਤੇ ਬਨਾਈ, ਤੇ ਦੂਜੀ ਹੈ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇ ਰਮਰਨ ਜਾ। ਉਹ ਪੁੱਛਦੇ ਨੇ ਸਵਾਲ ਕਰਤਾ ਕਿ ਇਹਨਾਂ ਦੋਨਾਂ ਸ਼ਬਦਾਂ ਵਿੱਚ ਅੰਤਰ ਕੀ ਹੈ। ਤੇ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੋਨਾਂ ਸ਼ਬਦਾਂ ਨੂੰ ਸੰਖੇਪ ਤੌਰ ਤੇ ਇਹਨਾਂ ਦੇ ਅਰਥ ਕਰਕੇ ਮਤਲਬ ਇਹਨਾਂ ਤੁਕਾਂ ਦੇ ਸਾਨੂੰ ਦੱਸਣ ਕਿ ਅਰਥ ਇਹਨਾਂ ਦਾ ਆਪਸ ਅੰਤਰ ਕੀ ਹੈ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਵਾਲਕਰਤਾ ਨੇ 2 ਪੰਕਤੀਆਂ ਸਾਡੇ ਸਾਹਮਣੇ ਰੱਖੀਆਂ ਨੇ, ਉਹਨਾਂ ਦੇ ਵਿੱਚ ਅੰਤਰ ਕੀ ਹੈ। ਸਭ ਤੋਂ ਪਹਿਲਾਂ ਤੇ ਮੈਂ ਬੇਨਤੀ ਕਰਦਿਆਂ ਕਿ ਗੁਰੂ ਸਾਹਿਬ ਨੇ ਜਿਹੜੇ ਵੀ ਇਹ ਸ਼ਬਦ ਹਨ ਗੁਰਬਾਣੀ ਦੇ ਵਿੱਚ, ਭਾਵੇਂ ਭਗਤ ਜੀ ਨੇ ਲਏ ਹਨ ਜਾਂ ਗੁਰੂ ਸਾਹਿਬ ਨੇ ਵੀ ਲਏ ਹਨ, ਉਹਨਾਂ ਨੇ ਜਿਹੜੇ ਪੁਰਾਣਕ ਜਿਹੜੇ ਰੈਫਰੈਂਸਿਸ ਨੇ ਜਾਂ ਮਿਥਿਹਾਸਕ ਰੈਫਰੈਂਸ ਲੈ ਕਰਕੇ ਵੀ ਜਿਹੜੀ ਆਪਣੀ ਗੁਰਮਤਿ ਦੀ ਗੱਲ ਹੈ ਉਸ ਨੂੰ ਸਿੱਧ ਕੀਤਾ ਹੈ। ਇਸ ਕਰਕੇ ਇਹਨਾਂ ਪ੍ਰਮਾਣਾਂ ਨੂੰ ਲਿਆ ਗਿਆ ਹੈ। ਤੋ ਇਹ ਜਿਹੜਾ ਇੱਕ ਸ਼ਬਦ ਹੈ ਜਿਹਦੇ ਵਿੱਚ ਸਨਕ ਸਨੰਦ ਮਹੇਸ਼ ਸਮੰਨਾ ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ, ਇਹ ਧਨਾਸਰੀ ਰਾਗ ਦੇ ਵਿੱਚ ਬਾਣੀ ਭਗਤ ਕਬੀਰ ਜੀ ਕੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 691 ਦੇ ਉੱਪਰ ਦਰਜ ਹੈ। ਇਸ ਦੇ ਵਿੱਚ ਜੋ ਲਿਖਿਆ ਹੈ ਉਹ ਹੈ ਕਿ ਸਨਕ ਸਨੰਦ ਜਿਹੜੇ ਹਨ, ਸਨਕ ਔਰ ਸਨੰਦ ਇਹ ਬ੍ਰਹਮਾ ਦੇ ਜਿਹੜੇ ਹਨ ਇਹ 4 ਪੁੱਤਰ ਹਨ। ਸਨਕ ਸਨੰਦ ਸਨਾਤਨ ਸਨਤ ਕੁਮਾਰ, ਇਹ 4 ਪੁੱਤਰ ਹਨ। ਔਰ ਦੂਸਰਾ ਅੱਗੇ ਲਿਖਿਆ ਹੈ ਮਹੇਸ਼ ਸ਼ਿਵ ਜੀ ਦਾ ਪ੍ਰੈਵਾਚੀ ਸ਼ਬਦ ਹੈ ਔਰ ਉਹਦੇ ਸਮਾਨਾ ਮੈਨੇ ਉਹਦੇ ਵਰਗੇ। ਤੋ हे ਪ੍ਰਭੂ, ਬ੍ਰਹਮਾ ਦੇ ਪੁੱਤਰਾ ਸਨਕ ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ ਔਰ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਵਿਸ਼ਨੂੰ ਦੇ ਭਗਤ ਸ਼ੇਸ਼ਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ। ਸੰਤ ਸੰਗ ਰਾਮ ਹਿਰਦੇ ਬਸਾਈ, ਇਹ ਜਿਹੜਾ ਹੁਣ ਰਹਾਉ ਦੀ ਪੰਕਤੀ ਹੈ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਔਰ ਅਗਲੀ ਪੰਕਤੀ ਹੈ ਕਿ ਸੰਤ ਸੰਗ ਰਾਮ ਹਿਰਦੇ ਬਸਾਈ। ਭਾਵ ਇਹ ਜੋ ਪੁਰਾਣਕ ਰੈਫਰੈਂਸਿਸ ਵੀ ਜਿਹੜੇ ਇਹ ਮੰਨੇ ਗਏ ਹਨ ਮਹਾਂਪੁਰਖ, ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ। ਅਸੀਂ ਇਹ ਇੱਥੇ ਲਿਖੀ ਹੈ ਵੀ ਜੋ ਰਹਾਉ ਦੀ ਵੀ ਸਾਨੂੰ ਹਦਾਇਤ ਸ਼ਬਦ ਵਿੱਚ ਮਿਲ ਰਹੀ ਹੈ ਕਿ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹਾਂ। ਤੋ ਇੱਥੇ ਗੱਲ ਆਈ ਹੈ ਕਿ ਸਤ ਸੰਗਤ ਦੇ ਵਿੱਚ ਰਹਿ ਕਰਕੇ ਜੇ ਅਸੀਂ ਪ੍ਰਮਾਤਮਾ ਦੇ ਨਾਲ ਜੁੜਦੇ ਹਾਂ ਤੇ ਸਾਡੇ ਹਿਰਦੇ ਦੇ ਅੰਦਰ ਉਹ ਪ੍ਰਮਾਤਮਾ ਜਿਹੜਾ ਹੈ ਉਹ ਵਸ ਜਾਂਦਾ ਹੈ, ਉਹ ਟਿਕ ਜਾਂਦਾ ਹੈ। ਤੋ ਇਹ ਆਤਮਿਕ ਉਚਾਈ ਦੀ ਗੱਲ ਹੈ। ਤੋ ਜਿੱਥੇ ਤੱਕ ਨੇ ਇਹਨਾਂ ਦੀ ਗੱਲ ਕੀਤੀ ਹੈ ਸਨਕ ਸਨੰਦ ਮਹੇਸ਼ ਸਮਾਨਾ ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ, ਤੋ ਮਰਨ ਦਾ ਮਤਲਬ ਹੁੰਦਾ ਭੇਦ। ਇਸ ਸ਼ਬਦ ਦੇ ਵਿੱਚ ਇਹ 2 ਗੱਲਾਂ ਜਿਹੜੀਆਂ ਹਨ ਉਹ ਸਿੱਖ ਧਰਮ ਦੀ ਫਿਲਾਸਫੀ ਦੇ ਨਾਲ ਸੰਬੰਧਿਤ ਹਨ ਕਿ ਇੱਕ ਤੇ ਹੈ ਕਿ ਕਿਸੇ ਵੀ ਭਗਤ ਨੇ ਜਾਂ ਗੁਰਸਿੱਖ ਨੇ ਪਰਮਾਤਮਾ ਦਾ ਸਿਮਰਨ ਇਸ ਲਈ ਨਹੀਂ ਕਰਨਾ, ਪਰਮਾਤਮਾ ਦੇ ਗੁਣਾਂ ਨੂੰ ਇਸ ਕਰਕੇ ਬਿਆਨ ਨਹੀਂ ਕਰਨਾ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਲੈਣਾ ਹੈ ਜਾਂ ਪਰਮਾਤਮਾ ਦਾ ਟੋਟਲੀ ਦਾ ਅੰਤ ਲੈਣਾ ਹੈ। ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਣ ਕਹਿ ਗੁਣੀ ਸਮਾਉਣਿਆ, ਕਿ ਗੁਣਾਂ ਨੂੰ ਕਹਿ ਕੇ ਉਹ ਗੁਣੀ ਪਰਮਾਤਮਾ ਜਿਹੜਾ ਉਹਦੇ ਅੰਦਰ ਅਸੀਂ ਸਮਾਣਾ ਹੈ, ਉਸ ਦੇ ਅੰਦਰ ਅਸੀਂ ਆਪਣੇ ਆਪ ਨੂੰ ਉਹਦੇ ਵਰਗਾ ਬਣਾਉਣਾ ਹੈ। ਤੋ ਜੇਕਰ ਇਹਨਾਂ ਨੇ ਸਨਕ ਸਨੰਦ ਔਰ ਮਹੇਸ਼ ਵਰਗਿਆਂ ਨੇ ਜਾਂ ਗਰੁੜ ਵਗੈਰਾ ਨੇ ਜਾਂ ਸ਼ੇਸ਼ ਨਾਗ ਨੇ ਇਸ ਸ਼ਬਦ ਦੇ ਅੰਦਰ ਹੋਰ ਵੀ ਐਗਜ਼ਾਮਪਲ ਦਿੱਤੇ ਹੈ। ਹਨੂਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ, 4 ਵੇਦ ਆਰ ਸਿਮਰਤ ਪੁਰਾਣਾ ਕਮਲਾਪਤ ਕਮਲਾ ਨਹੀਂ ਜਾਣਾ। ਕਹਿ ਕਬੀਰ ਭਰਮੈ ਸੋ ਭਰਮੈ ਨਹੀਂ, ਕਹਿ ਕਬੀਰ ਸੋ ਭਰਮੈ ਨਹੀਂ, ਪਗ ਲਗ ਰਾਮ ਰਹੇ ਸਰਨਾਈ। ਸੋ ਕਬੀਰ ਸਾਹਿਬ ਅਖੀਰ ਦੇ ਵਿੱਚ ਆਪਣੇ ਇਸ ਸਾਨੂੰ ਸਮਝਾਉਂਦੇ ਹਨ ਕਿ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਰਹੇ, ਇੱਕ ਉਹ ਮਨੁੱਖ ਭਟਕਦਾ ਨਹੀਂ। ਕਿਹੜਾ ਮਨੁੱਖ? ਜੋ ਸੰਤਾਂ ਦੀ ਚਰਨੀ ਲਾ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ, ਭਾਵ ਜੋ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ, ਉਹ ਜਿਹੜਾ ਭਰਮਦਾ ਨਹੀਂ,
ਉਹ ਇਸ ਪਾਸੇ ਨਹੀਂ ਜਾਂਦਾ ਕਿ ਮੈਂ ਪਰਮਾਤਮਾ ਦਾ ਭੇਦ ਲੈਣਾ ਹੈ ਜਾਂ ਪਰਮਾਤਮਾ ਦਾ ਮੈਂ ਅੰਤ ਲੈਣਾ ਹੈ, ਪਰਮਾਤਮਾ ਦੀ ਸ੍ਰਿਸ਼ਟੀ ਦਾ ਅੰਤ ਲੈਣਾ ਹੈ। ਤੋ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਅੰਤ ਕਾਰਨ ਕਿਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ। ਕਿੰਨੇ ਜਿਹੜੇ ਉਹਨੂੰ ਪਰਮਾਤਮਾ ਨੂੰ ਅੰਤ ਲੱਭਣ ਵਾਸਤੇ ਚੱਲੇ ਹਨ, ਲੇਕਿਨ ਪਰਮਾਤਮਾ ਜਿਹੜਾ ਹੈ ਉਹ ਬੇਅੰਤ ਹੈ, ਪਾਰ ਬ੍ਰਹਮ ਬੇਅੰਤ ਹੈ। ਤੋ ਇਸ ਕਰਕੇ ਉਸ ਦੀ ਬੇਅੰਤਤਾ ਦਾ ਅੰਤ ਨਹੀਂ ਲਿਆ ਜਾ ਸਕਦਾ। ਤੋ ਇਹ ਜਿਹੜੀ ਪੰਕਤੀ ਜਿਹੜੀ ਭਗਤ ਕਬੀਰ ਜੀ ਦੀ ਹੈ, ਸਨਕ ਸਨਾਤਨ ਮੇਰ ਸਮਾਨਾ ਸ਼ੇਸ਼ ਨਾਲ ਤੇਰੋ ਮਰਨ ਨਾ ਜਾਣਾ, ਭਾਵ ਉਹਨਾਂ ਨੇ ਸੰਤ ਸੰਗ ਦੇ ਵਿੱਚ ਰਾਮ ਹਿਰਦੇ ਵਿੱਚ ਨਹੀਂ ਜਦ ਤੱਕ ਵਸਾਇਆ ਉਦੋਂ ਤੱਕ ਇਹਨਾਂ ਨੂੰ ਦੇਵੀ ਦੇਵਤਿਆਂ ਨੂੰ ਉਸ ਪਰਮਾਤਮਾ ਦਾ ਜਿਹੜਾ ਹੈ ਉਹਦਾ ਭੇਦ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲਿਆ। ਇਹ ਤੇ ਇੱਕ ਪੰਕਤੀ ਹੈ, ਇਹਦੇ ਅੰਦਰ ਬੜੇ ਐਗਜ਼ਾਮਪਲ ਗੁਰਬਾਣੀ ਦੇ ਵਿੱਚ ਸਾਨੂੰ ਜਪਜੀ ਸਾਹਿਬ ਦੇ ਵਿੱਚੋਂ ਹੀ ਮਿਲ ਜਾਂਦੇ ਹਨ ਕਿ ਉਹ ਪਰਮਾਤਮਾ ਐਡਾ ਉੱਚਾ ਹੈ ਕਿ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋ, ਕਿ ਵੱਡਾ ਪਰਮਾਤਮਾ ਆ ਬੜਾ ਉੱਚਾ ਹੈ, ਉੱਚਾ ਉਹਦਾ ਸਥਾਨ ਹੈ ਔਰ ਉਸ ਤੋਂ ਵਡਿਆਈਆਂ ਉਸਦੀਆਂ ਬਹੁਤ ਉੱਚੀਆਂ ਹਨ। ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਕਿ ਐਡਾ ਉੱਚੀ ਅਵਸਥਾ ਵਾਲਾ ਪਰਮਾਤਮਾ ਦੇ ਬਰਾਬਰ ਹੋਵੇਗਾ, ਉਹੀ ਉਸ ਪਰਮਾਤਮਾ ਦਾ ਜਿਹੜਾ ਹੈ ਉਹ ਬੇਅੰਤ ਜਿਹੜਾ ਉਹਦਾ ਅੰਤ ਲੈ ਪਾਏਗਾ। ਲੇਕਿਨ ਅੰਤ ਉਹਦਾ ਲਿਆ ਨਹੀਂ ਜਾ ਸਕਦਾ। ਤੋ ਬਖਸ਼ਿਸ਼ ਨਾਲ ਹੀ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ। ਇਹ ਇਸ ਸ਼ਬਦ ਦਾ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਮੈਸੇਜ ਜਿਹੜਾ ਹੈ ਕਬੀਰ ਸਾਹਿਬ ਨੇ ਸਾਨੂੰ ਦਿੱਤਾ ਹੈ। ਤੇ ਜਗਤ ਵਿੱਚ ਬੇਅੰਤ ਵਿਦਵਾਨ ਡਾਕਟਰ ਸਾਹਿਬ ਸਿੰਘ ਜੀ ਨੇ ਇੱਥੇ ਤੇ ਲਿਖਿਆ ਹੈ ਕਿ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਨਾ ਗਵਾ, ਕਿ ਜਗਤ ਵਿੱਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ, ਪਰ ਨਾ ਅਜੇ ਤੱਕ ਕੋਈ ਮਨੁੱਖ ਪਰਮਾਤਮਾ ਦੇ ਜਿਹੜਾ ਹੈ ਰਚਨਾ ਦਾ ਲੇਖਾ ਕਰ ਸਕਿਆ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ। ਇਹ ਪ੍ਰਭੂ ਵਿੱਚ ਕਿਤਨੀਆਂ ਵਡਿਆਈਆਂ ਹਨ, ਉਹ ਕਿਤਨੀਆਂ ਬਖਸ਼ਿਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ, ਭਾਵ ਉਸ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਕਿ ਜੇ ਕੋਈ ਐਸੀ ਗੱਲ ਜਿਹੜੀ ਹੈ ਉਹ ਦਾਵਾ ਕਰਦਾ ਹੈ ਤਾਂ ਉਹ ਜਿਹੜਾ ਹੈ ਮਹਾਮੂਰਖ ਜਾਂ ਬਟਬੋਲਾ ਹੀ ਕਿਹਾ ਜਾ ਸਕਦਾ ਹੈ, ਗਵਾਰਾਂ ਦਾ ਗਵਾਰ ਹੀ ਕਿਹਾ ਜਾ ਸਕਦਾ ਹੈ। ਤੋ ਇਹ ਜਿਹੜਾ ਸ਼ਬਦ ਹੈ ਸਾਨੂੰ ਇਸ ਗੱਲ ਪਾਸੇ ਲਿਜਾਂਦਾ ਹੈ। ਦੂਸਰਾ ਸ਼ਬਦ ਜੋ 1232 ਅੰਕ ਦੇ ਉੱਪਰ ਹੈ, ਸਨਕ ਸਨੰਦ ਬ੍ਰਹਮਾਦ ਇੰਦਰਾਦ ਭਗਤ ਰਤੇ ਬਨ ਆਈ। ਤੋ ਇਸ ਸ਼ਬਦ ਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਰਹਾਉ ਦੀ ਜੋ ਭਗਤੀ ਹੈ ਇਹ ਸਾਰੰਗ ਮਹਲਾ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਅੰਕ 1232 ਉੱਪਰ ਸਵਾਈਮਨ ਹੈ। ਹਰ ਬਿਨ ਕਿਉਂ ਜੀਵਾਂ ਮੇਰੀ ਮਾਈ, ਇਹ ਮੇਰੀ ਮਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕਲ ਹੁੰਦੀ ਹੈ। ਜੈ ਜਗਦੀਸ਼ ਤੇਰਾ ਜਪ ਚੋਂ ਮੈਂ ਹਰ ਬਿਨ ਰਹਿ ਨਾ ਜਾਈ। ਰਹਾਉ ਸਾਨੂੰ ਇਹ ਸਮਝਾਉਂਦੇ ਹਨ ਕਿ ਹੇ ਜਗਤ ਦੇ ਮਾਲਕ ਤੇਰੀ ਹੀ ਸਦਾ ਹੈ ਜਿੱਤ ਹੈ, ਮੈਂ ਤੇਰੇ ਪਾਸੋਂ ਤੇਰੀ ਸਿਫਤ ਸਲਾਹ ਦੀ ਦਾਤ ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਬਰਦਾ ਹੈ। ਇਹ ਰਹਾਉ ਦੀ ਪੰਕਤੀ ਹੈ ਜਿਹਦੇ ਵਿੱਚ ਅੱਗੇ ਜਾ ਕੇ ਸਾਨੂੰ ਜਿਹੜੀ ਪੰਕਤੀ ਸਵਾਲ ਕਰਤਾ ਨੇ ਕੀਤੀ ਹੈ ਕਿ ਸਨਕ ਸਨਾਦ ਬ੍ਰਹਮਾਦ ਇੰਦਰਾਦਕ ਭਗਤ ਰਤੇ ਬਨ ਆਈ। ਤੋ ਇਸ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਨੇ ਕਿ ਤਨ ਹੀ ਮਨ ਜੈ ਹੀ ਤੇ ਰਾਖਿਆ ਐਸੀ ਗੁਰਮਤਿ ਪਾਈ। ਇਹ ਪ੍ਰਭੂ ਮੈਨੂੰ ਸਤਿਗੁਰ ਦੀ ਅਜਿਹੀ ਮਤ ਪ੍ਰਾਪਤ ਹੋ ਗਈ ਕਿ ਜਿੱਥੇ ਆਪਣੇ ਚਰਨਾਂ ਵਿੱਚ ਤੂੰ ਮੇਰਾ ਮਨ ਜੋੜਿਆ ਹੈ ਮੈਂ ਉੱਥੇ ਹੀ ਜੁੜਿਆ ਪਿਆ ਹਾਂ। ਤੋ ਇਸ ਤੋਂ ਇਹ ਵਾਲੀ ਪੰਕਤੀ ਜਿਹੜੀ ਅਸੀਂ ਹੁਣ ਲੈ ਰਹੇ ਹਾਂ ਇਹ ਸ਼ਬਦ ਦੀ ਆਖਰੀ ਬੰਦ ਜਿਹੜਾ ਹੈ 8ਵਾਂ ਬੰਦ ਹੈ ਉਹਦੇ ਵਿੱਚੋਂ ਹੈ। ਸਨਕ ਸਨਾਦ ਬ੍ਰਹਮਾਦ ਇੰਦਰਾਦਕ ਭਗਤ ਰਤੇ ਬਨ ਆਈ। ਇੰਦਰ ਵਰਗੇ ਦੇਵਤੇ ਤੇ ਬ੍ਰਹਮਾ ਤੇ ਉਸਦੇ ਪੁੱਤਰ ਸਨਕ ਵਰਗੇ ਮਹਾਪੁਰਖ ਜਦੋਂ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਗਏ ਤੇ ਉਹਨਾਂ ਦੀ ਪ੍ਰੀਤ ਪ੍ਰਭੂ ਚਰਨਾਂ ਨਾਲ ਬਨ ਆਈ। ਨਾਨਕ ਹਰ ਬਿਨ ਕਰੀ ਨਾ ਜੀਵਾਂ ਹਰ ਕਾ ਨਾਮ ਵਡਾਈ। ਇਹ ਨਾਨਕ ਪਰਮਾਤਮਾ ਦੇ ਨਾਮ ਤੋਂ ਇੱਕ ਘੜੀ ਮਾਤਰ ਵਿਛੜਿਆ ਵੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਭ ਤੋਂ ਸ੍ਰੇਸ਼ਟ ਵਡਿਆਈ ਮਾਨ ਹੈ। ਤੋ ਇੱਥੇ ਅਸੀਂ ਦੋਨਾਂ ਦਾ ਫਰਕ ਸਮਝ ਲਿਆ ਕਿ ਸਾਨੂੰ ਇਹ ਦੱਸਿਆ ਕਿ ਜਦ ਤੱਕ ਸਾਡਾ ਮਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜੁੜਦਾ ਨਹੀਂ, ਸਾਡੇ ਉੱਤੇ ਜਦ ਤੱਕ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਸਾਡਾ ਮਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਰੰਗਿਆ ਨਹੀਂ ਜਾਂਦਾ ਹੈ। ਤੋ ਪਰਮਾਤਮਾ ਦੇ ਨਾਮ ਦੇ ਨਾਲ ਰੰਗਣ ਵਾਸਤੇ ਇਹ ਜ਼ਰੂਰੀ ਹੈ ਕਿ ਅਸੀਂ ਸਤਿਗੁਰ ਤੋਂ ਅਰਦਾਸ ਕਰੀਏ, ਸਤਿਗੁਰੂ ਅੱਗੇ ਅਰਦਾਸ ਕਰੀਏ
ਸਤਿਗੁਰੂ ਦੇ ਦੱਸੇ ਰਸਤੇ ਤੋਂ ਉੱਪਰ ਚੱਲੀਏ ਤਾਂ ਕਿ ਸਾਡਾ ਜਿਹੜਾ ਮਨ ਉਹ ਰਤਿਆ ਜਾਏ। ਤੋ ਜਦੋਂ ਤੱਕ ਪਹਿਲੀ ਜਿਹੜੀ ਗੱਲ ਹੈ ਕਿ ਉਹ ਸਨਕ ਸਨੰਦ ਮਹੇ ਸੁਮਾਨਾ ਕਿ ਪਰਮਾਤਮਾ ਦਾ ਭੇਦ ਉਹਨਾਂ ਨਹੀਂ ਪਾਇਆ, ਪਰਮਾਤਮਾ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ਹੈਗਾ। ਅਸੀਂ ਸਿਰਫ ਉਸ ਪਰਮਾਤਮਾ ਦੇ ਅੰਦਰ ਸਮਾ ਸਕਦੇ ਹਾਂ। ਜਿਵੇਂ ਸਾਨੂੰ ਜਪਜੀ ਸਾਹਿਬ ਅੰਦਰ ਕਿਹਾ ਹੈ ਕਿ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੇ, ਸਮੁੰਦ ਸ਼ਾਹ ਸੁਲਤਾਨ ਗਿਰਾ ਸੇਤੀ ਮਾਲਤਾਨ। ਭਾਵ ਸਮੁੰਦਰ ਇੰਨਾ ਵਿਸ਼ਾਲ ਹੈ ਕਿ ਨਦੀਆਂ ਨਾਲੇ ਉਹਦੇ ਵਿੱਚ ਪੈ ਕੇ ਫਿਰ ਉਸ ਤੋਂ ਆਪਣਾ ਵੱਖ ਜਿਹੜਾ ਹੈ ਉਹ ਸਰੂਪ ਨਹੀਂ ਕਰ ਸਕਦੇ। ਤੋ ਅਸੀਂ ਵੀ ਪਰਮਾਤਮਾ ਦੇ ਅੰਦਰ ਸਮਾ ਸਕਦੇ ਹਾਂ, ਅਸੀਂ ਉਸ ਦਾ ਅੰਤ ਨਹੀਂ ਪਾ ਸਕਦੇ। ਅਸੀਂ ਪਰਮਾਤਮਾ ਨਾਲ ਜੁੜ ਕੇ ਸਾਡਾ ਮਨ ਜਿਹੜਾ ਹੈ ਉਹ ਰੰਗਿਆ ਜਾ ਸਕਦਾ ਹੈ ਸਿਮਰਨ ਕਰਕੇ। ਲੇਕਿਨ ਰੰਗਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਮਾਤਮਾ ਦਾ ਅੰਤ ਪਾ ਲਿਆ। ਪਰਮਾਤਮਾ ਦਾ ਸਿਮਰਨ ਕਰਨਾ ਇੱਕ ਪ੍ਰਭੂ ਭਗਤੀ ਦਾ ਤਰੀਕਾ ਹੈ ਤੇ ਉਹ ਤਰੀਕਾ ਹੀ ਸਾਨੂੰ ਅੱਗੇ ਲਿਜਾ ਕਰਕੇ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਕਰਕੇ ਸਹਾਈ ਹੁੰਦਾ ਹੈ। ਤੋ ਇਹਨਾਂ ਦੋਨਾਂ ਦੇ ਵਿੱਚ ਸਾਨੂੰ ਜਿਹੜੀ ਗੱਲ ਹੈ ਸਪਸ਼ਟ ਸਮਝ ਆ ਗਈ ਕਿ ਪਰਮਾਤਮਾ ਦਾ ਸਿਮਰਨ ਕਰਕੇ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਨਹੀਂ ਤੇ ਵੱਡੇ ਵੱਡੇ ਜਿਹੜੇ ਦੇਵੀ ਦੇਵਤੇ ਹਨ ਉਹ ਵੀ ਭਟਕਦੇ ਰਹੇ ਤੇ ਉਹ ਵੀ ਪਰਮਾਤਮਾ ਦਾ ਜਿਹੜਾ ਅੰਤ ਨਹੀਂ ਪਾ ਸਕਦੇ, ਜਿਸ ਦਾ ਕਿ ਅੰਤ ਕੋਈ ਵੀ ਨਹੀਂ ਪਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਸਾਰੇ ਇਤਿਹਾਸਕ ਤੇ ਮਿਥਿਹਾਸਕ ਹੋ ਚੁੱਕੇ ਜਿਹੜੇ ਲੋਕ ਨੇ ਉਹਨਾਂ ਦੇ ਨਾਮ ਆਉਂਦੇ ਨੇ। ਤੋ ਉਹ ਕਿਉਂ ਆਉਂਦੇ ਨੇ? ਮੇਰੀ ਜਾਚ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਲੋਕਾਈ ਨੂੰ ਸਮਝਾਉਣ ਲਈ ਜਿਹੜੀਆਂ ਉਹਨਾਂ ਦੇ ਪ੍ਰਚਲਿਤ ਕੋਈ ਕਹਾਣੀਆਂ ਜਾਂ ਕੋਈ ਨਾਮ ਚੱਲਦੇ ਸਨ, ਚਾਹੇ ਇਤਿਹਾਸਕ ਨੇ ਚਾਹੇ ਮਿਥਿਹਾਸਕ ਨੇ, ਉਹਨਾਂ ਦੇ ਹਵਾਲੇ ਦੇ ਕੇ ਸਮਝਾਈ ਹੈ ਗੁਰਬਾਣੀ ਦੀ ਅਸਲ ਗੱਲ ਕਿ ਅਸੀਂ ਪਰਮਾਤਮਾ ਨਾਲ ਜੁੜਨਾ ਹੈ। ਤੋ ਇਸ ਕਰਕੇ ਉਹਨਾਂ ਦੇ ਨਾਮ ਵੀ ਬਾਰ-ਬਾਰ ਆਉਂਦੇ ਨੇ। ਮੈਨੂੰ ਇਸ ਯਾਦ ਆਇਆ, ਪਿੱਛੇ ਕੁਝ ਸਮਾਂ ਪਹਿਲੇ ਸਾਡੇ ਇੱਥੇ ਕੈਨੇਡਾ ਸਰਕਲ ਦੇ ਇੱਕ ਮੈਂਬਰ ਨੇ, ਉਹਨਾਂ ਨੇ ਵੀ ਇਹ ਖਦਸ਼ਾ ਜ਼ਾਹਰ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜਿਹੜੇ ਸੋ ਕਾਲਡ ਹੈਗੇ ਨੇ ਦੂਸਰੇ ਅਵਤਾਰ, ਉਹਨਾਂ ਦੇ ਨਾਮ ਕਿਉਂ ਬਾਰ-ਬਾਰ ਆਉਂਦੇ ਨੇ। ਤੇ ਮੈਂ ਇਹ ਬੇਨਤੀ ਕੀਤੀ ਸੀ ਬਈ ਉਹ ਕੋਈ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਕੋਈ ਆਪਣਾ ਨਿਸ਼ਚਾ ਦਿਖਾ ਰਹੇ ਨੇ। ਉਹ ਤਾਂ ਕਿਉਂਕਿ ਜਿਹੜੀ ਚੀਜ਼ ਪ੍ਰਚਲਿਤ ਹੋਵੇ ਉਹਦੀ ਹੀ ਐਗਜ਼ਾਮਪਲ ਦਿੱਤੀ ਜਾਂਦੀ ਹੈ। ਤੇ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀਆਂ ਸਾਖੀਆਂ ਔਰ ਉਹਨਾਂ ਦੇ ਜਿਹੜੇ ਬਾਕੀ ਨਾਮ ਨੇ ਉਹ ਉਹਨਾਂ ਦੇ ਮਨ 'ਚ ਪ੍ਰਚਲਿਤ ਸਨ ਤੇ ਉਹਨਾਂ ਨੂੰ ਉਹ ਗੋਡ ਗੋਡੈਸਸ ਸਮਝਦੇ ਸਨ। ਤੇ ਗੁਰੂ ਮਹਾਰਾਜ ਨੇ ਉਹਨਾਂ ਦਾ ਹੀ ਰੈਫਰੈਂਸ ਦੇ ਕੇ ਲੋਕਾਈ ਨੂੰ ਸਮਝਾਉਣ ਦਾ ਯਤਨ ਕੀਤਾ। ਤੇ ਸਾਨੂੰ ਵੀ ਇਹਦੇ ਬਾਰੇ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਧੰਨਵਾਦ ਵੀਰ ਤੇਜਿੰਦਰ ਸਿੰਘ ਜੀ ਦਾ, ਉਹਨਾਂ ਨੇ ਦੋਨਾਂ ਸ਼ਬਦਾਂ ਨੂੰ ਲੈ ਕੇ ਤੇ ਉਹਨਾਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਔਰ ਮੈਂ ਆਸ ਕਰਦਾ ਕਿ ਜਿਹਨਾਂ ਦਾ ਸਵਾਲ ਹੈ ਉਹਨਾਂ ਨੂੰ ਔਰ ਬਾਕੀ ਸੰਗਤ ਨੂੰ ਵੀ ਇਹ ਗੱਲ ਜਿਹੜੀ ਹੈ ਇਹ ਕਲੀਅਰ ਹੋ ਗਈ ਹੋਏਗੀ। ਹਾਂ, ਸਟਿਲ ਕੋਈ ਇਹਦੇ 'ਚ ਡਾਊਟ ਹੈ ਰਹਿ ਗਿਆ ਹੋਵੇ ਜਾਂ ਕਿਸੇ ਨੇ ਕੋਈ ਇਨਪੁਟ ਹੋਰ ਦੇਣੀ ਹੈ, ਕਿਰਪਾ ਕਰਕੇ ਗਰੁੱਪ ਚੈਟ 'ਚ ਲਿਖੋ ਜੀ ਜਾਂ ਸਾਨੂੰ WhatsApp ਤੇ ਭੇਜੋ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਬਈ ਇੱਕ ਸਾਥ ਜਲਵੰਤ ਸਿੰਘ ਜੀ ਫਿਰੋਜ਼ਪੁਰ ਤੇ ਦੂਸਰਾ ਸਵਾਲ ਵਰਿੰਦਰ ਕੁਮਾਰ ਜੀ ਮੁਦਕੀ, ਉਹ ਵੀ ਸ਼ਾਇਦ ਜ਼ਿਲ੍ਹਾ ਫਿਰੋਜ਼ਪੁਰ, ਹੀ ਦੋਨੋਂ ਇੰਡੀਆ ਤੋਂ ਨੇ। ਉਹਨਾਂ ਦੇ ਦੋ ਸਵਾਲ ਸਾਡੇ ਕੋਲ ਪੈਂਡਿੰਗ ਰਹਿ ਗਏ ਨੇ ਕਿਉਂਕਿ ਸਮਾਂ ਹੋ ਗਿਆ ਤੇ ਮੈਂ ਉਹਨਾਂ ਪਾਸੋਂ ਹੁਣ ਖਿਮਾ ਮੰਗਦਾ ਬਈ ਅਗਲੇ ਹਫਤੇ ਉਹ ਜਿਹੜੇ ਦੋਨੋਂ ਸਵਾਲ ਜਿਹੜੇ ਨੇ ਲੈ ਲਏ ਜਾਣਗੇ। ਇੱਕ ਸਾਥ ਜਲਵੰਤ ਸਿੰਘ ਫਿਰੋਜ਼ਪੁਰ ਉਹ ਰੋਜ਼ਾਨਾ ਸੰਗਤ ਵਿੱਚ ਹੁੰਦੇ ਨੇ ਤੇ ਉਹਨਾਂ ਦਾ ਸਵਾਲ ਸੀ, ਤੇ ਦੂਸਰਾ ਇੱਕ ਨਵੇਂ ਸੱਜਣ ਹੋਰ ਜੁੜੇ ਨੇ ਜਾਂ ਉਹਨਾਂ ਨੇ ਭੇਜਿਆ ਸਵਾਲ ਵਰਿੰਦਰ ਕੁਮਾਰ ਮੁਦਕੀ। ਤੋਂ ਇਹਨਾਂ ਦੋਨਾਂ ਪਾਸੋਂ ਮੈਂ ਖਿਮਾ ਮੰਗਦਾ ਵੀ ਅੱਜ ਸਮੇਂ ਦੀ ਮਤਲਬ ਲਿਮਟ ਹੋਣ ਕਰਕੇ ਮੈਂ ਸਵਾਲ ਨਹੀਂ ਲੈ ਸਕਿਆ। ਅਗਲੇ ਹਫਤੇ ਆਪ ਜੀ ਦੇ ਸਵਾਲ ਜਿਹੜੇ ਨੇ ਉਹ ਆਪਾਂ ਪਹਿਲੇ ਰਹਿ ਕੇ ਫਿਰ ਬਾਕੀ ਸਵਾਲ ਜਿਹੜੇ ਨੇ ਸ਼ੁਰੂ ਕਰਾਂਗੇ। ਇਹਨਾਂ ਦਾ ਧੰਨਵਾਦ ਹੈ ਸਵਾਲ ਭੇਜਣ ਲਈ। तो साथ संगत जी आप सारे इस प्रोग्राम च जुड़े हो, आप सब का बहुत बहुत धन्यवाद है। तो मैं एक मिनट बेनती कर रहा कि एक नवे आईडी है जी SSM करके सुरिंदरपाल MAC मैक करके है, जिन्हों की आईडी है सुरिंदरपाल मैक, वो कृपा करके अपने आप अनम्यूट करो जी ते अपनी ब्रीफ इंट्रोडक्शन जरा संगत नाल साझी कर लो। हाँ जी वीर जी, वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ। हाँ जी वीर जी, मैं ਨਾਰਥ ਕੈਰੋਲਾਈਨਾ ਵਿੱਚ ਰਹਿੰਦਾ ਹੈਗਾ, ਯੂਨਾਈਟਿਡ ਸਟੇਟਸ ਵਿੱਚ ਜੀ। ਤੇ ਮੈਂ ਰਿਟਾਇਰਡ ਆਰਥੋਪੈਡਿਕ ਸਰਜਨ ਹੈਗਾ। ਇੱਥੇ ਮੈਂ ਸ਼ਾਰਲਟ ਦੇ ਨਾਲ ਕੋਈ 37 ਇਅਰਸ ਇੱਥੇ ਪ੍ਰੈਕਟਿਸ ਕੀਤੀ ਹੈਗੀ ਆਰਥੋਪੈਡਿਕਸ ਦੀ। ਉਸ ਤੋਂ ਪਹਿਲੇ ਮੈਂ ਨਿਊਯਾਰਕ ਹੁੰਦਾ ਸੀ ਤੇ ਉਸ ਤੋਂ ਪਹਿਲੇ ਇੰਦੌਰ ਮੇਰਾ ਜਨਮ ਹੋਇਆ ਤੇ ਉੱਥੇ ਹੀ ਮੈਂ ਮੈਡੀਕਲ ਸਕੂਲ ਔਰ ਉੱਥੇ ਹੀ ਆਰਥੋਪੈਡਿਕ ਦੀ ਟ੍ਰੇਨਿੰਗ ਲੈ ਕੇ ਤੇ ਫਿਰ 1973 ਵਿੱਚ ਅਮਰੀਕਾ ਆ ਗਿਆ ਸੀ ਤੇ ਇੱਥੇ ਰਹਿੰਦਿਆਂ 48 ਇਅਰਸ ਹੋ ਗਏ ਨੇ ਅਮਰੀਕਾ ਵਿੱਚ। ਤੇ ਆਪ ਜੀ ਦੇ ਪ੍ਰੋਗਰਾਮ ਦਾ ਪਤਾ ਲੱਗਾ, ਬਹੁਤ ਹੀ ਖੁਸ਼ੀ ਹੋਈ ਤੇ ਮੈਂ
ਚਾਹਾਂਗਾ ਕਿ ਹਰ ਜਦੋਂ ਵੀ ਪ੍ਰੋਗਰਾਮ ਹੈਗਾ ਤੇ ਜੁਆਇਨ ਕਰਾਂ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਵਾਹਿਗੁਰੂ ਦੀ ਬਸ ਮਿਹਰ ਚਾਹੀਦੀ ਹੈ ਸਾਰਿਆਂ ਉੱਪਰ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰਪਾਲ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਜਿੱਥੇ ਮੈਂ ਧੰਨਵਾਦ ਕਰਦਾ। ਮੈਨੂੰ ਖੁਸ਼ੀ ਹੈ ਕਿ ਆਪ ਜੈਸੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ। ਤੋ ਇਹਦੇ 'ਚ ਸਾਨੂੰ ਬਹੁਤ, ਜਿੱਥੇ ਸਾਨੂੰ ਮੋਰਲ ਸਪੋਰਟ ਮਿਲ ਰਹੀ ਹੈ, ਉੱਥੇ ਆਪ ਜੀ ਵਰਗੇ ਜਿਹੜੇ ਐਕਸਪੀਰੀਅੰਸਡ ਲਰਨਡ ਬੰਦੇ ਨੇ, ਉਹਨਾਂ ਦੀ ਅਗਵਾਈ ਵੀ ਸਾਨੂੰ ਮਿਲ ਰਹੀ ਹੈ ਤੇ ਆਸ ਕਰਦਾ ਮਿਲਦੀ ਰਹੀ। ਆਪ ਜੀ ਦਾ ਮੈਂ ਫਿਰ ਧੰਨਵਾਦ ਕਰਦਾ। ਔਰ ਮੈਂ ਬੇਨਤੀ ਕਰਾਂ ਕਿ ਦਿਸ ਪ੍ਰੋਗਰਾਮ ਜਿਹੜਾ ਇਹ ਹੈਗਾ ਜੀ, ਇਹ ਮੰਡੇ ਟੂ ਸੈਟਰਡੇ ਇਸੇ ਸਮੇਂ ਚੱਲਦਾ। ਤੋ ਤੁਸੀਂ ਇਫ ਯੂ ਵਿਸ਼ ਟੂ ਸ਼ੇਅਰ ਯੂਰ ਫੋਨ ਨੰਬਰ ਤੇ ਤੁਸੀਂ ਗਰੁੱਪ ਚੈਟ ਤੇ ਪਾ ਦਿਓ, ਜਾਂ ਫਿਰ ਤੁਸੀਂ ਬੋਲਣਾ ਚਾਹੋ ਬੋਲ ਸਕੋ ਤੇ ਅਸੀਂ ਤੁਹਾਨੂੰ ਗਰੁੱਪ ਵਿੱਚ ਸ਼ਾਮਲ ਕਰੀਏ ਤਾਂ ਜੋ ਰੋਜ਼ ਤੁਹਾਨੂੰ ਇੰਟੀਮੇਸ਼ਨ ਆ ਜਾਏ। ਹਾਂਜੀ, ਮੈਂ ਬੋਲ ਦੇਣਾ ਜੀ 704 ਜੀ ਹਾਂ 322 ਜੀ 1167। ਓਕੇ, ਸ਼ੁਕਰੀਆ ਜੀ। ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਤੇ ਤੁਹਾਨੂੰ ਗਰੁੱਪ ਵਿੱਚ ਐਡ ਕਰਾਂਗੇ। ਤੁਹਾਨੂੰ ਰੋਜ਼ਾਨਾ ਇੰਟੀਮੇਸ਼ਨ ਜਾਏਗੀ। ਤੁਹਾਨੂੰ ਬੇਨਤੀ ਹੈ ਵੀ ਆਪਣੇ ਸੁਝਾਅ ਸਾਨੂੰ ਦਿਓ। ਅਗਰ ਤੁਹਾਡੇ ਮਨ 'ਚ ਕੋਈ ਗੁਰਬਾਣੀ ਬਾਰੇ, ਜਿਵੇਂ ਤੁਸੀਂ ਅੱਜ ਦੇਖਿਆ ਹੀ ਹੋਣਾ, ਵਿਟਨੈਸ ਕੀਤਾ, ਗੁਰਬਾਣੀ ਬਾਰੇ, ਗੁਰ ਇਤਿਹਾਸ ਬਾਰੇ, ਰਹਿਤ ਮਰਿਆਦਾ ਬਾਰੇ ਕੋਈ ਤੁਸੀਂ ਚੀਜ਼ ਸਾਂਝੀ ਕਰਨੀ ਹੋਵੇ, ਜਾਂ ਆਪਣੇ ਮਨ 'ਚ ਕੋਈ ਗੱਲ ਹੋਵੇ, ਸੰਗਤ ਨਾਲ ਪੁੱਛਣੀ ਹੋਵੇ ਸੰਗਤ ਤੋਂ, ਤੇ ਕਿਰਪਾ ਕਰਕੇ ਤੁਸੀਂ ਕਿਸੇ ਵੇਲੇ ਵੀ ਸਾਨੂੰ WhatsApp ਕਰ ਸਕਦੇ ਹੋ ਜਾਂ ਗਰੁੱਪ ਚੈਟ ਲਿਖ ਸਕਦੇ ਹੋ। ਧੰਨਵਾਦ ਆਪ ਜੀ ਦਾ ਜੁੜਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਲਾਹਯੋਗ ਕੰਮ ਕਰ ਰਹੇ ਹੈਗੇ ਹੋ ਤੁਸੀਂ ਸਾਰੇ, ਤੇ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਸ਼ੁਕਰੀਆ ਜੀ। ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਸਤਿਗੁਰੂ ਕਿਰਪਾ ਕਰਨ, ਇਸ ਤਰ੍ਹਾਂ ਸੰਗਤਾਂ ਜੁੜਦੀਆਂ ਰਹਿਣ ਔਰ ਅਸੀਂ ਨਾਮ ਬਾਣੀ ਨਾਲ, ਗੁਰਬਾਣੀ ਨਾਲ ਔਰ ਆਪਣੇ ਵਿਰਸੇ ਨਾਲ ਜੁੜੇ ਰਹੀਏ। ਇਹ ਸਾਡੀ ਕਾਮਨਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ। ਤੋ ਸਾਧ ਸੰਗਤ, ਮੈਂ ਆਪ ਸਭ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਸਾਨੂੰ ਅਗਵਾਈ ਕਰਦੇ ਹੋ, ਸਾਡੇ ਨਾਲ ਸਾਨੂੰ ਕੁਐਸਚਨ ਵੀ ਭੇਜਦੇ ਹੋ, ਜਿਹਦੇ ਨਾਲ ਸਾਨੂੰ ਉਹਨਾਂ ਕੁਐਸਚਨ ਨੂੰ ਲੱਭਣ ਲਈ ਅਸੀਂ ਸਮਾਂ ਲਾਉਂਦੇ ਹਾਂ ਤੇ ਸਾਡੇ ਨੌਲੇਜ ਵਿੱਚ ਵਾਧਾ ਹੁੰਦਾ ਹੈ। ਇਹ ਤੁਸੀਂ ਸਾਡੇ ਤੇ ਪਰਉਪਕਾਰ ਕਰ ਰਹੇ ਹੋ। ਤੋ ਕਿਰਪਾ ਕਰੋ ਇਸੇ ਤਰ੍ਹਾਂ ਆਪਣੇ ਸੁਝਾਅ, ਆਪਣੇ ਸਵਾਲ ਸਾਨੂੰ ਭੇਜੀ ਜਾਓ ਤੇ ਸਤਿਗੁਰੂ ਜੀ ਦਾ ਹੁਕਮ ਹੋਏਗਾ ਅਗਲੇ ਸੋਮਵਾਰ ਇਸੇ ਸਮੇਂ ਫਿਰ ਆਪ ਜੀ ਨਾਲ ਇਹ ਕੁਐਸਚਨ ਆਨਸਰ ਦਾ ਚਿੱਠਾ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਲਈ ਆਪ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।